ਕਿ ਜਿੱਦਾਂ ਮੈਂ ਦੱਸਿਆ ਮੈਂ ਹਰ ਇੱਕ ਰੇਡੀਓ 'ਚ ਗਈ। ਉਹਨਾਂ ਨੇ ਕਿਹਾ ਕਿ ਨਹੀਂ, ਇੱਕ ਤਾਂ ਉਸ ਟਾਈਮ ਏਜ ਮੇਰੀ ਸੀਗੀ 39। ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਕੰਮ ਨਹੀਂ ਕਰ ਸਕੋਗੇ ਨਾ। ਸਭ ਉੱਥੇ ਦੀ ਵਿਮਨ ਆਪਣੇ ਆਪ ਨੂੰ ਸਿਕਿਉਰ ਫੀਲ ਕਰਦੀਆਂ, ਸੇਫ ਫੀਲ ਕਰਦੀਆਂ ਨਾ। ਮੇਰੀ ਸਿਸਟਰ ਇਨ ਲਾ ਦੀ ਬੇਟੀਆਂ ਵੀ ਅਗਰ ਉਹਨਾਂ ਨੇ ਰਾਤ ਨੂੰ 11-12 ਵਜੇ ਵੀ ਆਣਾ ਤੇ ਉਹਨਾਂ ਲਈ ਕੋਈ ਇਹ ਇਦਾਂ ਦਾ ਮਾਹੌਲ ਨਹੀਂ ਹੈ ਇੰਡੀਆ ਵਾਲਾ ਕਿ ਲੜਕੀਆਂ ਕਿੱਥੇ ਹੋਣਗੀਆਂ, ਟਾਈਮ ਸਿਰ ਘਰ ਪਹੁੰਚਣ। ਸੋ ਉੱਥੇ ਇੱਕ ਸੇਫਟੀ ਹੈ, ਸਿਕਿਉਰਿਟੀ ਹੈ, ਆਪਣੇ ਕੰਮ ਨਾਲ ਲੋਕਾਂ ਨੂੰ ਕੰਮ ਹੈ। हाँ, मैं 2011 तक एज अ स्टेशन हेड काम किया और 2011 च मैनू एक सੱਟ ਲੱਗੀ ਸੀ ਕਿ ਮੇਰੀ ਲੱਤ 'ਚ ਨਾ मैं सीढ़ियां नहीं चढ़ सकती सी ਤੇ ਮੈਨੂੰ ਜੌਬ ਕੁਇਟ ਕਰਨਾ ਪਿਆ। ਜੌਬ ਕੁਇਟ ਕੀਤਾ ਫਿਰ ਯਾਰ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਨੈਸ਼ਨਲ ਟੀਵੀ ਦੇਖਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਇੱਕ ਵਾਰ ਫਿਰ ਹਾਜ਼ਰ ਹਾਂ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਦੋਵੇਂ ਜੀ। ਫਿਰ ਆ ਗਏ ਆਪਾਂ। ਆਉਣਾ ਹੀ ਸੀ, अब तो हर ਵਾਰੀ ਆਉਂਦੇ ਆ। ਅੱਛਾ ਇਦਾਂ ਜੀ ਕਿ ਜਦੋਂ ਤੁਸੀਂ ਕੋਈ ਆਪਣਾ ਸ਼ੌਂਕ ਪੂਰਾ ਕਰਨਾ ਚਾਹੋ ਨਾ ਤੇ ਕਿਸੇ ਵੀ ਉਮਰ ਤੇ ਕਿਸੇ ਵੀ ਸਮੇਂ ਕਰ ਸਕਦੇ ਆ। ਉਮਰ ਮਾਇਨੇ ਨਹੀਂ ਰੱਖਦੀ, ਸਮਾਂ ਮਾਇਨੇ ਨਹੀਂ ਰੱਖਦਾ। ਜਦੋਂ ਦਿਲ ਕਰੇ ਤੁਸੀਂ ਉਹ ਕੰਮ ਕਰ ਸਕਦੇ ਆ। ਤੇ ਇਹੋ ਜੀ ਮਿਸਾਲ, ਇਹੋ ਜਿਹੀ ਸ਼ਖਸੀਅਤ ਅੱਜ ਸਾਡੇ ਵਿਚਕਾਰ ਬੈਠੇ ਨੇ ਤੇ ਤੁਸੀਂ ਦੱਸੋ ਉਹਨਾਂ ਬਾਰੇ ਥੋੜਾ ਜਿਹਾ। ਜੀ ਮੈਂ ਉਹਨਾਂ ਬਾਰੇ ਬਿਲਕੁਲ ਦੱਸਾਂਗੀ ਤੇ ਉਹਨਾਂ ਦੇ ਆਉਣ ਨਾਲ ਹੀ ਨਾ ਸਾਡੇ ਸਟੂਡੀਓ ਦਾ ਮਾਹੌਲ ਹੀ ਥੋੜਾ ਜਿਹਾ ਬਦਲ ਗਿਆ ਹੈ। ਇੰਨੇ ਅੱਛੇ ਖੁਸ਼ ਮਿਜ਼ਾਜ ਜਿਹੜੇ ਨੇ ਨਾ ਪਰਸਨ ਅੱਜ ਸਾਡੇ ਨਾਲ ਮੌਜੂਦ ਨੇ। ਸੋ ਉਹਨਾਂ ਦੇ ਬਾਰੇ ਤੁਹਾਨੂੰ ਇੰਟਰੋਡਿਊਸ ਅਸੀਂ ਕਰਵਾਉਣਾ ਚਾਹਾਂਗੇ। ਸੀਮਾ ਸੋਨੀ ਜੀ ਜੋ ਕਿ ਰੇਡੀਓ ਸਿਟੀ ਦੇ ਵਿੱਚ ਪ੍ਰੋਗਰਾਮਿੰਗ ਡਾਇਰੈਕਟਰ ਨੇ ਤੇ ਉਹਨਾਂ ਦਾ ਇਹ ਸਫ਼ਰ ਕਿਵੇਂ ਦਾ ਰਿਹਾ, ਇੰਨੀ ਪੋਜ਼ਿਟਿਵਿਟੀ, ਇੰਨੀ ਖੁਸ਼ੀ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੈਂਡਲ ਕਰਨੀਆਂ ਔਰ ਉਸ ਉਮਰ ਦੇ ਵਿੱਚ ਜਾ ਕੇ ਸਟਾਰਟ ਕਰਨਾ ਜਿੱਥੋਂ ਲੋਕ ਇਹ ਸੋਚਦੇ ਨੇ ਕਿ ਹੁਣ ਬਸ ਹੁਣ ਕੀ ਕਰਨਾ ਜ਼ਿੰਦਗੀ ਦੇ ਵਿੱਚ, ਪਰ ਉਸ ਮੁਕਾਮ ਤੇ ਆ ਕੇ ਇੱਕ ਅਲੱਗ ਪਹਿਚਾਣ ਬਣਾ ਲੈਣੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਸੀਮਾ ਸੋਨੀ ਜੀ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਮੈਮ ਪਹਿਲਾਂ ਤਾਂ ਇੱਕ ਤੁਹਾਡੀ ਸਮਾਈਲ ਬਹੁਤ ਸੋਹਣੀ ਹੈ, ਠੀਕ ਹੈ। ਅੱਜ ਤੁਸੀਂ ਲੱਗ ਵੀ ਬਹੁਤ ਸੋਹਣੇ ਰਹੇ ਹੋ। ਸੋ ਮੇਰਾ ਕੋਈ ਮਤਲਬ ਨਹੀਂ ਹੈ ਵੈਸੇ ਤਾਰੀਫ ਕਰਨ ਦੇ ਪਿੱਛੇ, ਮੈਂ ਵੀ ਦੱਸਦਾ। ਚੋਰ ਨੂੰ ਆਪਣੇ ਪਾਲਾ ਨਹੀਂ, ਮੈਨੂੰ ਪਤਾ ਸੀ ਨਾ ਇੱਧਰੋਂ ਕੋਈ ਨਾ ਕੋਈ ਟੌਂਟ ਆ ਜਾਣੀ ਹੈ। ਬਿਲਕੁਲ। ਸੋ ਮੈਮ ਜਿਹੜਾ ਤੁਹਾਡਾ ਸਫ਼ਰ ਹੈ ਤੁਹਾਡੀ ਜ਼ਿੰਦਗੀ ਦਾ, ਕਰੀਅਰ ਦਾ, ਉਹ ਕਿਵੇਂ ਦਾ ਰਿਹਾ ਉਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਬਚਪਨ ਦੀ ਕਿ ਬਚਪਨ ਦੇ ਵਿੱਚ ਤੁਸੀਂ ਸੋਚਿਆ ਸੀ ਕਿ ਮੈਂ ਵੱਡੇ ਹੋ ਕੇ ਰੇਡੀਓ ਦੇ ਵਿੱਚ ਕੰਮ ਕਰਨਾ ਹੈ ਜਾਂ ਫਿਰ ਮੈਂ ਟੀਵੀ ਦੇ ਵਿੱਚ ਕੰਮ ਕਰਨਾ ਹੈ ਜਾਂ ਕੋਈ ਹੋਰ ਲਾਈਨ ਸੋਚੀ ਸੀ? ਤੇ ਅਗਰ ਜੇ ਸੋਚੀ ਸੀ ਉਹ ਨਹੀਂ ਹੋਇਆ ਤੇ ਇੱਧਰ ਕਿੱਦਾਂ, ਇਹ ਸਾਰੀਆਂ ਗੱਲਾਂ ਅੱਜ ਅਸੀਂ ਕਰਾਂਗੇ, ਪਰ ਸ਼ੁਰੂਆਤ ਅਸੀਂ ਬਚਪਨ ਤੋਂ ਕਰਦੇ ਹਾਂ। ਹਾਂ, ਬਚਪਨ 'ਚ ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਰੇਡੀਓ 'ਚ ਜਾਵਾਂਗੀ। ਹਾਂ, ਬਚਪਨ 'ਚ ਬਹੁਤ ਸਾਰੇ ਸੁਪਨੇ ਹੁੰਦੇ ਆ ਹੈ ਨਾ, ਕਿ ਮੈਨੂੰ ਲੱਗਦਾ ਸਾਨੂੰ ਨਾ ਉਦੋਂ ਕੁਛ ਰਸਤਾ ਨਹੀਂ ਪਤਾ ਹੁੰਦਾ ਵੀ ਅਸੀਂ ਜਾਣਾ ਕਿੱਧਰ ਨੂੰ ਹੈ। ਔਰ ਪਹਿਲਾਂ ਵੈਸੇ ਵੀ ਉਸ ਟਾਈਮ 'ਚ 18-19 'ਚ ਮੈਰਿਜ ਹੋ ਜਾਂਦੀ ਸੀ। ਪਤਾ ਹੁੰਦਾ ਸੀ ਵੀ ਘਰਦਿਆਂ ਨੇ BA ਹੋਣੀ ਨਹੀਂ ਹੈ ਤੇ ਵਿਆਹ ਹੋ ਜਾਣਾ। ਬਚਪਨ 'ਚ ਸੋਚਿਆ ਮੈਂ ਸਿੰਗਰ ਬਣੂੰਗੀ ਹੈ ਨਾ। ਮੈਂ ਪ੍ਰੈਕਟਿਸ ਕਰਦੀ ਸੀ ਮਿਊਜ਼ਿਕ ਦੀ। ਮੇਰੇ ਘਰ ਦੇ ਕਹਿੰਦੇ ਨਹੀਂ 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 ਮਿਊਜ਼ਿਕ 'ਚ ਨਹੀਂ। ਫਿਰ ਸੋਚਿਆ ਫੈਸ਼ਨ ਡਿਜ਼ਾਈਨਰ ਬਣੂੰਗੀ। ਘਰ ਦੇ ਕਹਿੰਦੇ ਨਹੀਂ ਨਹੀਂ ਚੰਡੀਗੜ੍ਹ ਤਾਂ ਬਿਲਕੁਲ ਨਹੀਂ ਭੇਜਣਾ। ਅੱਛਾ, ਉਹ ਵੀ ਵਿੱਚ ਹੀ ਰਹਿ ਗਿਆ। ਉਸ ਤੋਂ ਬਾਅਦ ਮੈਰਿਜ ਹੋ ਗਈ। ਸੋਚਿਆ ਹੀ ਨਹੀਂ ਸੀ ਕਿ ਹਾਂ ਕੁਛ ਮੈਂ ਕਰੂੰਗੀ ਇਸ ਤਰ੍ਹਾਂ ਦਾ। ਜੀ, ਘਰ ਦੇ ਵਿੱਚ ਕਿਵੇਂ ਦਾ ਮਾਹੌਲ ਸੀਗਾ? ਘਰ 'ਚ ਬਹੁਤ ਅੱਛਾ ਸਾਡਾ ਮਾਹੌਲ ਸੀ, ਬਹੁਤ ਆਜ਼ਾਦੀ ਸੀ। ਅਗਰ ਮੈਂ ਦੇਖਾਂ ਮੇਰੇ ਫਾਦਰ, ਉਹਨਾਂ ਨੇ ਹਰ ਚੀਜ਼ ਲਈ ਬਹੁਤ ਜ਼ਿਆਦਾ ਨਾ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ। ਮੈਂ ਕੁਝ ਵੀ ਕਰਨਾ ਚਾਹੁੰਦੀ ਸੀ, ਉਹ ਕਹਿੰਦੇ ਸੀ ਕਿ ਹਾਂ ਕਰੋ, ਬਟ ਉਹਨਾਂ ਦੀ ਕੁਛ ਇਹ ਚੀਜ਼ਾਂ ਸੀ ਕਿ ਇਹ ਨਹੀਂ ਕਰਨਾ, ਇਹ ਕਰਨਾ ਹੈ। ਪਰ ਇਹ ਹੈ ਨਾ ਕਿ ਜੋ ਤੁਹਾਨੂੰ ਪਸੰਦ ਹੈ ਨਾ ਤੁਸੀਂ ਉਹੀ ਕਰ ਸਕਦੇ ਆ ਜਿਹਦੇ 'ਚ ਤੁਹਾਡਾ ਪੈਸ਼ਨ ਹੁੰਦਾ, ਨਹੀਂ ਤਾਂ ਨਹੀਂ। ਮੈਮ ਤੁਸੀਂ ਗਾਇਕੀ ਦੀ ਗੱਲ ਕੀਤੀ ਕਿ ਸਿੰਗਰ ਬਣਨਾ ਚਾਹੁੰਦੇ ਸੀ, ਪਰ ਤੁਸੀਂ ਘਰਦਿਆਂ ਨੂੰ ਫੋਰਸ ਕੀਤਾ ਨਹੀਂ ਥੋੜਾ ਬਹੁਤਾ ਕਿ ਮੈਨੂੰ ਬਣ ਲੈਣ ਦਿਓ? ਥੋੜਾ ਜਿਹਾ ਕੀਤਾ ਬਟ ਨਹੀਂ, ਬਹੁਤ ਜ਼ਿਆਦਾ ਗੱਲ ਮੰਨੀ ਨਹੀਂ ਗਈ ਮੇਰੀ। ਅੱਛਾ। ਤੇ ਮੈਮ ਥੋੜਾ ਬਹੁਤਾ ਮਿਊਜ਼ਿਕ ਵੀ ਤੁਸੀਂ ਜਾਣਦੇ ਹੋਣੇ ਆ? ਮੈਂ ਪਰ ਗਾਣਾ ਨਹੀਂ ਹੈ, ਆਉਂਦਾ ਥੋੜਾ ਬਹੁਤ। ਪਰ ਅਸੀਂ ਤਾਂ ਸੁਣਨਾ ਚਾਹੁੰਦੇ ਹਾਂ। ਅਸੀਂ ਤਾਂ ਸੁਣਾਂਗੇ। ਮੈਂ ਸੁਣਾਉਂਗੀ ਉਹ ਅਲੱਗ ਵਕਤ 'ਚ। ਨਹੀਂ, ਕੁਝ ਦੋ ਲਾਈਨਾਂ ਜਿਹੜੀਆਂ ਵੀ ਤੁਹਾਨੂੰ ਚੰਗੀਆਂ ਲੱਗਦੀਆਂ ਹੋਣ। ਇਦਾਂ ਦਾ ਨਹੀਂ ਹੈ ਕੁਝ ਵੀ, ਬਟ ਬਹੁਤ ਦੇਰ ਹੋ ਗਈ ਹੈ। ਬਟ ਹਾਂ, ਆਈ ਵਿਲ ਸਿੰਗ ਲਾਸਟ ਪੱਕਾ। ਚਲੋ ਠੀਕ ਹੈ, ਆਪਾਂ ਇਹ ਲਾਸਟ ਲਿੰਕ 'ਚ ਆਪਾਂ ਮੈਮ ਤੁਹਾਨੂੰ ਜਾਣ ਨਹੀਂ ਦੇਣਾ। ਪੱਕਾ। ਸੋ ਅਸੀਂ ਤੁਹਾਡੇ ਪਰਿਵਾਰ ਦੀ ਗੱਲ ਕਰ ਰਹੇ ਸੀਗੇ ਕਿ ਪਰਿਵਾਰ ਦੇ ਵਿੱਚ ਪਹਿਲਾਂ ਤਾਂ ਗੱਲ ਕਰਦੇ ਹਾਂ ਕਿ ਕੌਣ ਉਸ ਟਾਈਮ ਤੇ ਪੇਰੈਂਟਸ ਦੇ ਘਰ ਦੇ ਵਿੱਚ ਕੌਣ ਸੀ ਤੇ ਉਦੋਂ ਐਜੂਕੇਸ਼ਨ ਦਾ ਕਿਵੇਂ ਦਾ ਰਿਹਾ ਤੁਹਾਡਾ, ਕਿ ਤੁਸੀਂ ਕਿੱਥੇ ਤੱਕ ਸਟੱਡੀ ਕੀਤੀ? ਮੇਰੇ ਘਰ 'ਚ ਮੇਰੀ ਛੋਟੀ ਸਿਸਟਰ, ਮੇਰਾ ਇੱਕ ਬ੍ਰਦਰ, ਮਤਲਬ ਅਸੀਂ 3 ਭੈਣ ਭਰਾ। ਔਰ ਮੈਂ ਗ੍ਰੈਜੂਏਸ਼ਨ ਕੀਤਾ ਹੈ। MA 'ਚ 1 ਸਾਲ ਲਗਾਇਆ ਬਟ ਉਸ ਤੋਂ ਬਾਅਦ ਫਿਰ ਮੈਰਿਜ।
ਅੱਛਾ, ਤੇ ਤੁਹਾਨੂੰ ਕਦੇ ਇਹ ਨਹੀਂ ਲੱਗਿਆ ਕਿ ਬਹੁਤ ਜਲਦੀ ਮੈਰਿਜ ਹੋ ਰਹੀ ਹੈ? ਲੱਗਾ, ਪਰ ਮੇਰੀ ਕਜ਼ਨ ਸਭ ਫੈਮਿਲੀ 'ਚ ਇੰਨੀ ਏਜ 'ਚ ਸਭ ਦੀ ਸ਼ਾਦੀ ਹੋ ਰਹੀ ਸੀ ਤਾਂ ਲੱਗਦਾ ਸੀ ਕਿ ਸ਼ਾਇਦ ਇਦਾਂ ਹੀ ਹੁੰਦਾ ਹੋਏਗਾ। ਤੇ ਬਹੁਤ ਸਾਰੇ ਸੁਪਨੇ ਉਦੋਂ ਹੋਣਗੇ ਜਿਹੜੇ ਕਿ ਵਿਆਹ ਤੋਂ ਬਾਅਦ ਤੁਹਾਨੂੰ ਲੱਗਿਆ ਹੋਏਗਾ ਕਿ ਹੁਣ ਖਤਮ ਹੈ, ਸ਼ਾਇਦ ਪਤਾ ਨਹੀਂ ਮੈਂ ਕਰ ਪਾਵਾਂਗੀ ਕਿ ਨਹੀਂ। ਹਾਂ, ਉਸ ਤੋਂ ਬਾਅਦ ਮੇਰੀ ਮੈਰਿਜ ਹੋਈ ਜੁਆਇੰਟ ਫੈਮਿਲੀ 'ਚ। ਅੱਛਾ। ਹਾਂ, ਉਸ ਤੋਂ ਬਾਅਦ ਮੈਂ ਸੋਚਿਆ ਹੀ ਨਹੀਂ ਕਿ ਕੁਝ ਕਰਨਾ ਹੈ। ਪਤਾ ਸੀ ਕਿ ਆਪਣੇ ਮੇਰਾ ਬੇਟਾ ਇੱਕ, ਉਹਨੂੰ ਬੜੇ ਕਰਨਾ ਹੈ, ਉਹਦੀ ਐਜੂਕੇਸ਼ਨ ਦਾ ਧਿਆਨ ਰੱਖਣਾ ਹੈ, ਬਸ ਉਹਦੇ 'ਚ ਹੀ ਸਾਰਾ ਟਾਈਮ ਨਿਕਲ ਗਿਆ। ਐਂਡ ਆਫਟਰ 19 ਇਅਰਸ ਫਿਰ ਤੁਹਾਡੇ ਸਾਹਮਣੇ ਹੀ ਹੈ, ਫਿਰ ਮੈਂ ਕੁਝ ਹੋਰ ਸੋਚ ਲਿਆ। ਤੇ ਜਦੋਂ ਮੈਰਿਜ ਹੋ ਗਈ ਤੁਹਾਡੀ, ਤੇ ਮੈਰਿਜ ਤੋਂ ਬਾਅਦ ਫਿਰ ਹਸਬੈਂਡ ਨੂੰ ਕਦੇ ਨਹੀਂ ਕਿਹਾ ਤੁਸੀਂ ਕਿ ਮੈਂ ਕੁਝ ਕਰਨਾ ਚਾਹੁੰਦੀ ਹਾਂ ਲਾਈਫ ਦੇ ਵਿੱਚ, ਜਾਂ ਮੈਨੂੰ ਲੱਗਦਾ? ਹਾਂ, ਇਸ ਤਰ੍ਹਾਂ ਬਹੁਤ ਵਾਰੀ ਡਿਸਕਸ ਹੋਇਆ ਕਿ ਮੈਂ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਹਾਂ, ਮੈਨੂੰ ਬੜਾ ਸ਼ੌਕ ਹੈ, ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਨਾ ਹਰ ਕੰਮ ਸਿੱਖਣਾ ਚਾਹੁੰਦੀ ਹਾਂ। ਮੈਨੂੰ ਨਾ ਕਦੀ ਕਿਸੇ ਨੇ ਪੁੱਛਿਆ ਕਿ ਤੁਹਾਡੇ ਸ਼ੌਕ ਕੀ ਹੈ, ਤੇ ਮੈਂ ਨਾ ਉਹਨਾਂ ਨੂੰ ਗਿਣਾਉਣੇ ਸ਼ੁਰੂ ਕਰਤੇ। ਮੈਂ ਕਿਹਾ ਮੈਨੂੰ ਸਟਿਚਿੰਗ, ਪੇਂਟਿੰਗ, ਸਿੰਗਿੰਗ, ਟਰੈਵਲਿੰਗ, ਡਰਾਈਵਿੰਗ। ਉਹ ਕਹਿੰਦੇ ਰੁਕ ਜਾਓ, ਮੈਂ ਕਹਿੰਦੇ ਕੀ ਨਹੀਂ ਹੈ ਉਹ ਦੱਸ ਦਿਓ ਪਲੀਜ਼। ਅੱਛਾ, ਕੀ ਨਹੀਂ ਹੈ ਫਿਰ ਉਹ ਵੀ ਦੱਸ ਦਿਓ ਮੈਮ। ਮੈਨੂੰ ਵਿਹਲੇ ਬਹਿਣਾ ਨਹੀਂ ਚੰਗਾ ਲੱਗਦਾ, ਮੈਨੂੰ ਲੱਗਦਾ ਕਿ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਹਮੇਸ਼ਾ। ਮਤਲਬ ਇਸ ਤਰ੍ਹਾਂ ਮੈਂ ਜੇ ਕਹੋ ਨਾ ਕਿ ਕੁਰਸੀ ਤੇ ਮੈਂ ਏਦਾਂ ਕਰਕੇ ਖਾਲੀ ਬੈਠੀ ਹਾਂ, ਆਈ ਕੈਨ ਨਾਟ। ਵੀ ਮੈਂ ਕੁਛ ਨਾ ਕੁਛ, ਮੈਨੂੰ ਹੁੰਦਾ ਕਿ ਕੁਛ ਨਾ ਕੁਛ ਕਰ ਲਓ, ਕਿਸੇ ਕੋ ਸਿੱਖ ਲਓ ਅਗਰ ਸਿੱਖ ਸਕਦੇ ਆ ਤਾਂ। ਕੋਈ ਚੀਜ਼ ਹੈ, ਜਿਸ ਤਰ੍ਹਾਂ ਸਵਿਮਿੰਗ ਸਿੱਖਣ ਦਾ ਮੇਰਾ ਦਿਲ ਕੀਤਾ, ਮੈਂ ਇਹ ਸਿੱਖੀ। ਅੱਛਾ, ਹੈ ਨਾ। ਹਾਂ, ਮੈਂ ਮਤਲਬ ਕੋਈ ਚੀਜ਼ ਇਸ ਤਰ੍ਹਾਂ ਦੀ ਨਹੀਂ ਹੈ। ਮੈਂ ਨਿਟਿੰਗ ਸਿੱਖਣਾ ਚਾਹੁੰਦੀ ਸੀ, ਮੇਰੇ ਮਦਰ ਇਨ ਲਾ ਨਿਟ ਕਰਦੇ ਸੀਗੇ, ਮੈਂ ਉਹਨਾਂ ਕੋਲ ਬੈਠ ਕੇ ਨਿਟਿੰਗ ਕੀਤੀ, ਮੈਂ ਸਵੈਟਰ ਬੁਣੇ। ਅੱਛਾ, ਐਮਬ੍ਰੋਇਡਰੀ ਸਿੱਖੀ, ਅੱਛਾ, ਕਰੋਸ਼ੀਆ ਸਿੱਖਿਆ, ਮਤਲਬ ਸਟਿਚਿੰਗ ਸਿੱਖੀ। ਸੋ ਸਿੱਖਣ ਵੇਲੇ ਮੇਰਾ ਜ਼ਿਆਦਾ ਰੁਝਾਨ ਸੀ ਕਿ ਕੁਝ ਵੀ ਅਗਰ ਕੋਈ ਸਿਖਾ ਸਕਦਾ ਨਾ, ਮੈਂ ਉਹਨੂੰ ਛੱਡਣਾ ਨਹੀਂ। ਫਿਰ ਮੈਮ ਤੁਸੀਂ ਫੈਸ਼ਨ ਡਿਜ਼ਾਈਨਿੰਗ ਦੀ ਵੀ ਗੱਲ ਕੀਤੀ, ਤੇ ਉਸ ਪਾਸੇ ਕਿਉਂ ਨਹੀਂ ਗਏ? ਕਿਉਂਕਿ ਫੈਮਿਲੀ ਵੱਲੋਂ ਇੰਨਾ ਜ਼ਿਆਦਾ ਸਪੋਰਟ ਨਹੀਂ ਮਿਲਿਆ ਨਾ। ਬਿਜ਼ਨਸ ਕਲਾਸ ਫੈਮਿਲੀ, ਉਹਨਾਂ ਨੇ ਕਿਹਾ ਕਿ ਠੀਕ ਹੈ, ਕੋਈ ਗੱਲ ਨਹੀਂ, ਐਵੇਂ ਕਹੀ ਜਾਂਦੀ ਹੈ, ਕੋਈ ਗੱਲ ਨਹੀਂ, ਵੀ ਆਪਣੇ ਸ਼ੌਕ ਪੂਰਾ ਕਰ ਲਓ। ਮੈਂ ਘਰ ਹੀ ਸ਼ੌਕ ਪੂਰੇ ਕੀਤੇ, ਮਤਲਬ ਡਰੈਸਿਸ ਬਣਾ ਦਿੰਦੀਆਂ ਬੱਚਿਆਂ ਨੂੰ, ਰਿਸ਼ਤੇਦਾਰਾਂ ਨੂੰ, ਹੈ ਨਾ, ਇਸ ਤਰ੍ਹਾਂ ਕਰਕੇ ਆਪਣਾ ਸ਼ੌਕ ਪੂਰਾ ਕੀਤਾ, ਬਟ ਉਹ ਡਿਜ਼ਾਈਨਰ ਨਹੀਂ ਬਣ ਸਕੀ। ਬਚਪਨ ਦੇ ਵਿੱਚ ਨਾ ਸਾਡੇ ਕੋਲੋਂ ਗੁੱਡੀਆਂ ਜਿਹੜੀਆਂ ਹੁੰਦੀਆਂ ਨੇ, ਅਸੀਂ ਸਪੈਸ਼ਲੀ ਜਿਹੜੀਆਂ ਕੁੜੀਆਂ ਹੁੰਦੀਆਂ ਨਾ, ਅਕਸਰ ਉਹਨਾਂ ਦੇ ਕੱਪੜੇ ਡਿਜ਼ਾਈਨ ਕਰਦੇ ਆ। ਮੈਂ ਬਹੁਤ ਜ਼ਿਆਦਾ ਬਣਾਏ ਸੱਚੀ। ਤੇ ਉਹ ਕਿਉਂਕਿ ਮੈਂ ਵੀ ਕੀਤੀਆਂ ਨੇ ਨਾ ਇਹ ਚੀਜ਼ਾਂ, ਮੈਨੂੰ ਤਾਂ ਪਤਾ। ਮੈਨੂੰ ਲੱਗ ਰਿਹਾ ਸੀ ਐਵੇਂ ਨਹੀਂ ਗੱਲ ਹੋ ਰਹੀ। ਮਤਲਬ ਅਸੀਂ ਸਾਰੇ ਫੈਸ਼ਨ ਡਿਜ਼ਾਈਨਰ ਹੁੰਦੇ ਹੀ ਆ ਜਮਾਂਦਰੂ, ਕੁੜੀਆਂ ਖਾਸ ਕਰਕੇ, ਹੈ ਨਾ, ਕਿਉਂਕਿ ਪਤਾ ਹੀ ਹੁੰਦਾ ਹੈ ਕਿ ਫਿਰ ਆਪਣੇ ਹੁਣ ਕੱਪੜਿਆਂ ਦਾ, ਹੇਅਰ ਸਟਾਈਲ ਦਾ ਮੁੜ ਕੇ ਧਿਆਨ ਰੱਖਣਾ ਪੈਣਾ, ਖੁਦ ਨੂੰ ਹੀ ਰੱਖਣਾ ਪੈਣਾ ਨਾ। ਸੋ ਮੈਮ ਹੁਣ ਅੱਗੇ ਵਧਦੇ ਹਾਂ। ਜਦੋਂ ਕਾਲਜ ਲਾਈਫ ਦੇ ਵਿੱਚ ਕਦੇ ਮੌਕਾ ਮਿਲਿਆ ਤੁਹਾਨੂੰ ਸਟੇਜ ਕਰਨ ਦਾ, ਜਾਂ ਕਦੇ ਲੱਗਿਆ ਕਿ ਮੈਂ ਮਾਈਕ ਤੇ ਬੋਲਣਾ ਹੈ ਕਦੇ? ਹਾਂਜੀ, ਬਹੁਤ ਵਾਰ ਮਿਲਿਆ, ਕਿਉਂਕਿ ਮਿਊਜ਼ਿਕ ਸੀ ਮੇਰੇ ਕੋਲ। ਸੋ ਸੌਂਗਸ ਵੀ, ਗਰੁੱਪ ਸੌਂਗਸ ਵੀ, ਪਲੇ ਵੀ, ਔਰ ਡਿਬੇਟ ਵਗੈਰਾ ਸਭ ਕੁਝ। ਮੈਮ ਕੋਈ ਇਦਾਂ ਦੀ ਮੂਵਮੈਂਟ ਕਾਲਜ ਦੀ ਜਿਹੜੀ ਤੁਹਾਨੂੰ ਅੱਜ ਤੱਕ ਵੀ ਯਾਦ ਹੋਵੇ? ਕੋਈ ਵਧੀਆ ਮੂਵਮੈਂਟ, ਕੋਈ ਫਨੀ ਮੂਵਮੈਂਟ? ਫਨੀ ਮੂਵਮੈਂਟ ਇੱਦਾਂ ਤਾਂ ਬਹੁਤ ਹੋਣੀ ਹੈ, ਪਰ ਯਾਦ ਨਹੀਂ। ਹਾਂ, ਇਹ ਯਾਦ ਹੈ ਕਿ ਮੈਂ 2 ਵਾਰ ਬੈਸਟ ਸਿੰਗਰ ਆਫ ਦਾ ਕਾਲਜ ਦਾ ਅਵਾਰਡ ਜਿੱਤਿਆ ਸੀ। ਦੇਖ ਲਓ, ਮੈਂ ਫੇਰ ਵੀ ਗਾਣਾ ਨਹੀਂ, ਹੁਣ ਤਾਂ ਪੱਕਾ, ਹੁਣ ਤਾਂ ਨਹੀਂ ਜਾਣਦੇ ਨਾ, ਸੁਣਨਾ ਜਿਹੜਾ ਮਰਜ਼ੀ ਸੁਣਾ ਦਿਓ ਆਪਣੀ ਮਰਜ਼ੀ ਨਾਲ। ਹਾਂ, ਮੈਂ ਸੁਣਾਉਂਗੀ, ਮੈਂ ਸੋਚਦੀ ਵੀ ਹੈ ਨਾ ਨਾਲ ਕਿਹੜਾ ਸੁਣਾਵਾਂ। ਠੀਕ ਹੈ। ਸੋ ਮੈਮ ਹੁਣ ਥੋੜਾ ਜਿਹਾ ਕਾਲਜ ਲਾਈਫ ਦੇ ਬਾਰੇ ਜੇਕਰ ਅਸੀਂ ਗੱਲ ਕਰਦੇ ਹਾਂ, ਤਾਂ ਪੜ੍ਹਾਈ ਦੀ ਗੱਲ ਕਰਦੇ ਹਾਂ ਕਿ ਕਿਵੇਂ ਦੇ ਸਟੂਡੈਂਟ ਰਹੇ ਹੋ ਤੁਸੀਂ, ਕਿੱਦਾਂ ਦੇ ਮਾਰਕਸ ਆਉਂਦੇ ਸੀ? ਇਹ ਵੈਸੇ ਪੁੱਛਣਾ ਨਹੀਂ ਚਾਹੀਦਾ, ਬਟ ਫਿਰ ਵੀ ਕਿਸ ਤਰੀਕੇ ਦੇ ਰਹੇ ਹੋ? ਕਿਉਂਕਿ ਮਿਊਜ਼ਿਕ ਦੇ ਨਾਲ ਨਾਲ ਜ਼ਿਆਦਾਤਰ ਜਿਹੜੇ ਸਟੂਡੈਂਟਸ ਹੁੰਦੇ ਨੇ ਸਪੋਰਟਸ ਦੇ ਵਿੱਚ ਜੇ ਹੁੰਦੇ ਆ, ਜਾਂ ਫਿਰ ਯੂਥ ਫੈਸਟ ਦੇ ਵਿੱਚ ਇਨਵੋਲਵ ਹੁੰਦੇ ਆ, ਤਾਂ ਕਿਤੇ ਨਾ ਕਿਤੇ ਪੜ੍ਹਾਈ ਤੋਂ ਥੋੜਾ ਜਿਹਾ ਕੱਟ ਆਫ ਹੋ ਜਾਂਦੇ ਨੇ। ਤੇ ਕਦੇ ਤੁਹਾਡਾ ਵੀ ਇੱਦਾਂ ਰਿਹਾ ਕਿ ਪੜ੍ਹਾਈ ਵੱਲੋਂ ਹਟੇ ਹੋਵੋ? ਨਹੀਂ, ਮੇਰੀ ਹਰ ਸਾਲ ਨੋਟਿਸ ਬੋਰਡ ਤੇ ਫੋਟੋ ਲੱਗਦੀ ਰਹੀ ਹੈ ਮੈਰਿਟ ਕਰਕੇ। ਇੱਕ ਸਾਲ ਨਹੀਂ ਲੱਗੀ ਸੀ ਤੇ ਮੈਂ 2 ਦਿਨ ਆਪਣੇ ਰੂਮ ਚੋਂ ਬਾਹਰ ਨਹੀਂ ਆਈ ਸੀ। ਇਹ ਯਾਦ ਹੈ ਮੈਨੂੰ। ਅੱਛਾ, ਮਤਲਬ ਬੜੇ ਵਧੀਆ ਸਟੂਡੈਂਟ ਰਹੇ ਹੋ। ਤੇ ਫਿਰ ਉਸ ਤੋਂ ਬਾਅਦ ਮੈਰਿਜ ਹੋ ਗਈ ਤੁਹਾਡੀ। ਮੈਰਿਜ ਤੋਂ ਬਾਅਦ ਫਿਰ ਜੌਬ ਕਰਨ ਦਾ ਮੌਕਾ ਮਿਲਿਆ? ਨੋ, ਅੱਛਾ, ਨਾ, ਕਦੇ ਨਹੀਂ ਨਾ। 19-20 ਸਾਲ ਤੱਕ ਕੁਝ ਵੀ ਨਹੀਂ। 2006 ਚ ਮੈਂ ਪਹਿਲੀ ਵਾਰੀ ਆਊਟ ਆਫ ਇੰਡੀਆ ਗਈ, ਯੂਰਪ ਗਈ ਸੀ ਮੈਂ। ਜਦੋਂ ਮੈਂ ਉੱਥੋਂ ਵਾਪਸ ਆਈ, ਮੇਰੇ ਦਿਮਾਗ 'ਚ ਆਇਆ ਕਿ ਮੈਨੂੰ ਕੁਝ ਕਰਨਾ ਚਾਹੀਦਾ। ਉਦੋਂ ਨਏ ਰੇਡੀਓਜ਼ ਆਏ ਸੀਗੇ, ਪ੍ਰਾਈਵੇਟ ਰੇਡੀਓ ਜਲੰਧਰ 'ਚ 2007 'ਚ। ਮੈਂ 2006 'ਚ ਵਾਪਸ ਆਈ ਸੀ ਉੱਥੋਂ। ਫਿਰ ਦਿਮਾਗ 'ਚ ਆਇਆ ਕਿ ਮੇਰੇ ਕੋਲ ਹੋਰ ਐਕਸਪੀਰੀਅੰਸ ਨਹੀਂ ਹੈ, ਪਰ ਮੈਨੂੰ ਟਰਾਈ ਕਰਨਾ ਚਾਹੀਦਾ ਰੇਡੀਓ ਲਈ। ਮੈਂ ਹਰ ਰੇਡੀਓ 'ਚ ਗਈ, 4 ਰੇਡੀਓ ਆਏ ਸੀਗੇ ਨਏ ਪ੍ਰਾਈਵੇਟ FM ਜੀ। 4ਾਂ 'ਚੋਂ ਮੈਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਉਹਨਾਂ ਨੇ। ਅੱਛਾ, ਤੇ ਮੈਮ ਬਚਪਨ ਜਾਂ ਕਾਲਜ ਲਾਈਫ ਦੇ ਵਿੱਚ ਵੀ ਤੁਸੀਂ ਸੋਚਿਆ ਸੀਗਾ ਕਿ ਮੈਂ ਰੇਡੀਓ ਤੇ ਚਾਹੂੰਗੀ ਜਾਂ ਮੈਂ ਟੀਵੀ ਤੇ ਆਉਂਗੀ? ਨੋ, ਉਦੋਂ ਕੋਈ ਪਲਾਨ ਨਹੀਂ ਸੀ ਇਦਾਂ ਦਾ? ਨੋ, ਕਦੀ ਵੀ ਨਹੀਂ। ਸੋ ਡੈਸਟੀਨੀ ਐਂਡ ਸਟਾਰਸ ਐਂਡ ਹਾਰਡ ਵਰਕ। ਮੈਨੂੰ ਲੱਗਦਾ ਵੀ ਜਦੋਂ ਤਿੰਨੋਂ ਚੀਜ਼ਾਂ ਮਿਲਦੀਆਂ ਨਾ,
ਫੇਰ ਹੀ ਬੰਦਾ ਕਿਸੇ ਮੁਕਾਮ ਤੇ ਪਹੁੰਚਦਾ ਹੈ। ਜੀ ਇਹ ਤਾਂ ਹੈ ਹੀ ਹੈ। ਬਾਕੀ ਜੇ ਤੁਸੀਂ ਸੋਚ ਲੈਂਦੇ ਹੋ ਕਿ ਜੇ ਮੈਂ ਇਹ ਕੰਮ ਕਰਨਾ ਆ ਤਾਂ ਫਿਰ ਕੁਦਰਤ ਤੁਹਾਡੇ ਵਾਸਤੇ ਰਸਤੇ ਖੋਲਣੇ ਰਸਤੇ ਵੀ ਖੁੱਲਣੇ, ਹਾਂ ਬਿਲਕੁਲ ਬਿਲਕੁਲ ਬਿਲਕੁਲ। ਤੇ ਫਿਰ ਜਿਹੜੀ ਫਰਸਟ ਜੌਬ ਹੈ ਤੁਸੀਂ ਉਹ ਕਿਹੜੇ ਸਾਲ ਦੇ ਵਿੱਚ ਕੀਤੀ ਤੇ ਵਿਆਹ ਤੋਂ ਕਿੰਨੇ ਸਾਲਾਂ ਬਾਅਦ ਕੀਤੀ? ਵਿਆਹ ਤੋਂ 20 ਸਾਲ ਬਾਅਦ। ਅੱਛਾ 20 ਸਾਲ ਬਾਅਦ ਮੈਂ ਜੌਬ ਨਹੀਂ ਕੀਤੀ, ਮੈਂ ਇੰਟਰਨਸ਼ਿਪ ਲਈ ਗਈ ਪਹਿਲਾਂ, ਕਿਉਂਕਿ ਜਿੱਦਾਂ ਮੈਂ ਦੱਸਿਆ ਮੈਂ ਹਰ ਇੱਕ ਰੇਡੀਓ 'ਚ ਗਈ। ਉਹਨਾਂ ਨੇ ਕਿਹਾ ਕਿ ਨਹੀਂ, ਇੱਕ ਤਾਂ ਉਸ ਟਾਈਮ ਏਜ ਮੇਰੀ ਸੀਗੀ 39, ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਕੰਮ ਨਹੀਂ ਕਰ ਸਕੋਗੇ ਨਾ। ਸਭ ਨੂੰ ਇਦਾਂ ਲੱਗਾ ਕਿ ਸ਼ਾਇਦ ਸੀਰੀਅਸ ਨਹੀਂ ਹੋਏਗੀ ਕੰਮ ਕਰਨ 'ਚ। ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਜੌਬ ਨਹੀਂ ਚਾਹੀਦੀ, ਤੁਸੀਂ ਮੈਨੂੰ ਇੰਟਰਨਸ਼ਿਪ ਕਰਵਾ ਦਿਓ, ਮੈਂ ਸਿਰਫ ਦੇਖਣਾ ਚਾਹੁੰਦੀ ਹਾਂ, ਰੇਡੀਓ ਸਿੱਖਣਾ ਚਾਹੁੰਦੀ ਹਾਂ। ਨਹੀਂ, ਕਿਸੇ ਨੇ ਨਹੀਂ ਕੀਤਾ। ਮੈਂ ਇੱਕ ਰੇਡੀਓ ਬਾਰ-ਬਾਰ ਮੈਸੇਜ ਕਰਦੀ ਰਹੀ ਹੈ ਨਾ। ਉਹਨਾਂ ਨੇ ਫਾਈਨਲੀ ਮੈਨੂੰ ਅਲਾਉ ਕਰਤਾ, ਪਰ ਇਹ ਕਿਹਾ ਕਿ ਅਸੀਂ ਪੇ ਨਹੀਂ ਕਰਾਂਗੇ ਤੁਹਾਨੂੰ। ਮੈਂ ਕਿਹਾ ਮੈਨੂੰ ਪੇ ਮੈਂ ਚਾਹੀਦਾ ਵੀ ਨਹੀਂ ਹੈ, ਮੈਨੂੰ ਸਿਰਫ ਇਹ ਕਿ ਮੈਂ ਸਿੱਖਣਾ ਚਾਹੁੰਦੀ ਹਾਂ। ਸੋ 1 ਮਹੀਨਾ ਜਦੋਂ ਮੈਂ ਉੱਥੇ ਲਗਾਇਆ ਉਹ ਵਾਲਾ, ਉਹ 1 ਮਹੀਨਾ ਮੈਨੂੰ ਲੱਗਦਾ ਕਿ ਮੇਰੀ ਲਰਨਿੰਗ ਸੀ ਮੇਰੀ ਲਾਈਫ ਦੀ, ਕਿਉਂਕਿ ਮੈਨੂੰ ਲੈਪਟਾਪ ਖੋਲ੍ਹਣਾ ਨਹੀਂ ਆਉਂਦਾ ਸੀਗਾ, ਮੈਨੂੰ ਚਲਾਉਣਾ ਨਹੀਂ ਆਉਂਦਾ ਸੀਗਾ, ਮੈਨੂੰ ਕੋਈ ਨੌਲੇਜ ਨਹੀਂ ਸੀ ਇਸ ਬਾਰੇ। ਪਰ ਜਦੋਂ ਰਿਪੋਰਟ ਬਣਾਉਣੀ ਹੁੰਦੀ ਸੀ ਨਾ, ਤੇ ਜਿਹੜੇ ਉਸ ਟਾਈਮ ਉੱਥੇ ਪ੍ਰੋਗਰਾਮਿੰਗ ਹੈਡ ਸੀ, ਉਹਨਾਂ ਨੇ ਕਹਿਣਾ ਵੀ ਤੁਸੀਂ ਇਹਨੂੰ ਨਾ ਟਾਈਪ ਕਰਕੇ ਲੈ ਕੇ ਆਓ। ਪਹਿਲਾਂ ਤਾਂ ਮੈਂ ਕਾਪੀ 'ਚ ਲਿਖ ਕੇ ਲੈ ਜਾਣਾ, ਫਿਰ ਮੈਂ ਇੱਕ ਦੂਸਰੇ ਨੂੰ ਪੁੱਛਣਾ ਇਹਨੂੰ ਟਾਈਪ ਕਿੱਦਾਂ ਕਰਨਾ ਹੈ, ਫਿਰ ਇਹਨੂੰ ਨੈਕਸਟ ਲਾਈਨ ਤੇ ਕਿੱਦਾਂ ਜਾਣਾ ਹੈ। ਸੋ ਇਦਾਂ ਇੱਕ ਦੂਸਰੇ ਕੋ ਸਿੱਖਦੇ ਮੈਂ ਰਿਪੋਰਟਸ ਬਣਾਉਣੀਆਂ ਸ਼ੁਰੂ ਕਰਤੀਆਂ। 1 ਮਹੀਨਾ ਪੂਰਾ ਹੋ ਗਿਆ, ਮੇਰੀ ਇੰਟਰਨਸ਼ਿਪ ਖਤਮ ਹੋ ਗਈ, ਮੈਂ ਘਰ ਵਾਪਸ ਆ ਗਈ, ਤੇ ਮੈਨੂੰ 2 ਦਿਨ ਬਾਅਦ ਫੋਨ ਆਉਂਦਾ ਕਿ ਤੁਸੀਂ ਜੌਬ ਕਰਨਾ। ਅੱਛਾ ਮੇਰੇ ਲਈ ਬੜਾ ਸਰਪ੍ਰਾਈਜ਼ਿੰਗ ਸੀਗਾ, ਹੈ ਨਾ। ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਆਰਜੇ ਬਣਨ ਵਾਲੀ ਹਾਂ, ਮੈਨੂੰ ਆਰਜੇ ਦਾ ਜੌਬ ਮਿਲਣਾ। ਕਹਿੰਦੇ ਨਹੀਂ ਮਾਰਕੀਟਿੰਗ 'ਚ। ਸੋ ਇਸ ਤਰੀਕੇ ਮੇਰੀ ਫਿਰ ਮਾਰਕੀਟਿੰਗ ਤੋਂ ਸ਼ੁਰੂਆਤ ਹੋਈ 2007। ਥੋੜਾ ਜਿਹਾ ਆਪਾਂ ਪਿੱਛੇ ਆਉਂਦੇ ਆ, ਅਸੀਂ ਇਹ ਜਾਣਨਾ ਚਾਹੁੰਦੇ ਆ ਕਿ 20 ਸਾਲ ਤੁਹਾਡੇ ਵਿਆਹ ਤੋਂ 20 ਸਾਲ ਬਾਅਦ ਤੁਸੀਂ ਇੱਕਦਮ ਸੋਚਿਆ ਕਿ ਰੇਡੀਓ ਤੇ ਜਾਣਾ, ਪਰ 20 ਸਾਲ ਬਾਅਦ ਹੀ ਕਾਹਤੋਂ ਸੋਚਿਆ? ਉਸ ਤੋਂ ਪਹਿਲਾਂ ਕਿਉਂ ਨਹੀਂ ਸੋਚਿਆ? ਕਿਉਂਕਿ ਜਦੋਂ ਮੈਨੂੰ ਲੱਗਾ ਨਾ, ਮੈਂ ਯੂਰਪ ਗਈ ਸੀ ਤੇ ਮੈਂ ਇਕੱਲੀ ਗਈ ਸੀ, ਸੋਲੋ ਟੂਰ ਸੀ ਮੇਰਾ, ਤੇ ਮੈਨੂੰ ਲੱਗਾ ਕਿ ਮੈਂ 7 ਸਮੁੰਦਰ ਪਾਰ ਤੁਸੀਂ ਇਕੱਲੇ ਗਏ ਸੀ, ਕਿਉਂ ਗਏ ਸੀ ਇਹ ਵੀ ਆਪਾਂ ਜਾਣਾਂਗੇ। ਪਰ ਸਮਾਂ ਇੱਥੇ ਜਿਹੜਾ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ, ਤੇ ਸਾਡੇ ਅੱਜ ਦੇ ਮਹਿਮਾਨ ਨੇ ਸੀਮਾ ਸੋਨੀ ਜੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ, ਤੇ ਸਾਡੇ ਮਹਿਮਾਨ ਨੇ ਸੀਮਾ ਸੋਨੀ ਜੀ। ਮੈਮ, ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰਦੇ ਪਏ ਸੀ ਤੁਸੀਂ ਯੂਰਪ ਗਏ ਸੀ, ਹੁਣ ਇਹ ਦੱਸੋ ਕਿਉਂ ਗਏ ਸੀ ਤੇ ਕਾਹਦੇ ਵਾਸਤੇ ਗਏ ਸੀ? ਤੇ ਕੋਈ ਮਤਲਬ ਇਹਦੇ ਪਿੱਛੇ ਕੋਈ ਕਾਰਨ ਸੀ ਜਾਣ ਦਾ? ਬਿਲਕੁਲ ਸੀ। ਮੇਰੀ ਸਿਸਟਰ ਇਨ ਲਾਅ ਹੈਗੇ ਯੂਰਪ ਜੀ, ਹਾਲੈਂਡ ਰਹਿੰਦੇ ਆ ਉਹ। ਉਹਨਾਂ ਦੀ ਬੇਟੀ ਦਾ ਬਰਥਡੇ ਸੀਗਾ, ਉਹਨਾਂ ਦਾ ਫੋਨ ਆਇਆ ਕਿ ਤੁਸੀਂ ਆ ਸਕਦੇ ਹੋ, ਤੁਸੀਂ ਆ ਜਾਓ। ਤੇ ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿ ਮੈਂ ਉੱਥੇ ਜਾਣਾ ਚਾਹ ਰਹੀ ਹਾਂ, ਮੇਰੇ ਕੋਲ ਪਾਸਪੋਰਟ ਨਹੀਂ ਸੀਗਾ। ਔਰ ਉਹਨਾਂ ਨੇ ਕਿਹਾ ਕਿ ਠੀਕ ਹੈ ਤੂੰ ਚਲ ਜਾ, ਜੇ ਤੂੰ ਆਪਣਾ ਪਾਸਪੋਰਟ ਬਣਵਾ ਸਕਦੀ ਹੈ ਇੰਨੇ ਕੁ ਟਾਈਮ 'ਚ ਤਾਂ ਤੂੰ ਜਾ ਸਕਦੀ ਹੈ। ਫਿਰ ਚੈਲੰਜ ਕਰਤਾ, ਮਤਲਬ ਚੈਲੰਜ ਸੀਗਾ। ਫਿਰ ਦੌੜ ਲੱਗ ਗਈ ਮੇਰੀ, ਤਤਕਾਲ 'ਚ ਮੈਂ ਪਾਸਪੋਰਟ ਬਣਵਾ ਲਿਆ। ਮੈਂ ਸੋਚਿਆ ਵੀ ਹੁਣ ਮੇਰਾ ਪਾਸਪੋਰਟ ਬਣ ਗਿਆ, ਨਾਓ ਆਈ ਕੈਨ ਲੀਵ। ਫਿਰ ਉਹਨਾਂ ਨੇ ਉਹਨੂੰ ਭੇਜਣਾ ਪੈਣਾ ਸੀਗਾ, ਔਰ ਮੈਂ 2006 ਦੇ ਵਿੱਚ ਮੈਂ ਹਾਲੈਂਡ ਚਲੀ ਗਈ। ਤੇ ਉੱਥੇ ਦਾ ਮੈਮ ਐਕਸਪੀਰੀਅੰਸ ਤੁਹਾਨੂੰ ਕਿੱਦਾਂ ਦਾ ਰਿਹਾ? ਉੱਥੇ ਮੈਂ ਦੇਖਿਆ ਵੀ ਸਭ ਲੋਕ ਵਰਕਿੰਗ, ਸਾਰੇ ਲੋਕ ਕੰਮ ਕਰ ਰਹੇ ਆ। ਪਹਿਲਾਂ ਤਾਂ ਜਾ ਕੇ ਮੇਰਾ ਦਿਲ ਨਹੀਂ ਲੱਗਿਆ 4 ਕੁ ਦਿਨ ਨਾ, ਮੈਨੂੰ ਲੱਗਾ ਕਿ ਮੈਂ ਇੱਥੇ ਕਿੱਥੇ ਆ ਗਈ ਨਾ, ਨਾ ਇਨਸਾਨ ਦਿਖਦੇ ਆ, ਬਸ ਗੱਡੀਆਂ ਤੇ ਬਿਲਡਿੰਗਸ ਦਿਖਦੀਆਂ। ਮੈਂ 4 ਕੁ ਦਿਨ ਬਾਅਦ ਫੋਨ ਕਰਤਾ ਕਿ ਮੈਨੂੰ ਤਾਂ ਵਾਪਸ ਬੁਲਾ ਲਓ, ਮੈਂ ਇੱਥੇ ਰਹਿਣਾ ਨਹੀਂ। ਪਰ ਹੌਲੀ ਮੇਰਾ ਦਿਲ ਲੱਗਣਾ ਸ਼ੁਰੂ ਹੋ ਗਿਆ। ਮੈਂ 1.5 ਮਹੀਨਾ ਲਗਾ ਕੇ ਆਈ ਸੀ ਉਸ ਟਾਈਮ, ਤੇ ਉੱਥੇ ਸਭ ਨੇ ਪੁੱਛਣਾ ਤੁਸੀਂ ਇੰਡੀਆ ਕੀ ਕਰਦੇ ਹੋ, ਪਰ ਮੇਰੇ ਕੋਲ ਕੁਝ ਸੀਗਾ ਹੀ ਨਹੀਂ ਜਵਾਬ, ਇੰਡੀਆ ਕੀ ਕਰਦੀ ਹਾਂ, ਕਿਉਂਕਿ ਮੈਂ ਕੁਝ ਵੀ ਨਹੀਂ ਕਰਦੀ ਸੀ। ਪਰ ਮੇਰੇ ਦਿਮਾਗ 'ਚ ਆਇਆ ਕਿ ਮੈਂ ਕੁਝ ਕਰ ਸਕਦੀ ਹਾਂ। ਹਾਲਾਂਕਿ ਲੋਕਾਂ ਦੇ ਹਿਸਾਬ ਸਿਰ ਕਿ ਕਾਫੀ ਟਾਈਮ ਨਿਕਲ ਚੁੱਕਾ ਹੁੰਦਾ ਵੀ ਅਸੀਂ ਕੁਝ ਨਹੀਂ ਕਰਦੇ, ਹੁਣ ਕੀ ਸੋਚਣਾ, ਪਰ ਮੈਨੂੰ ਸੋਚ ਹੀ ਉਦੋਂ ਆਈ ਕਿ ਮੈਂ ਹੁਣ ਜਾ ਕੇ ਕੁਝ ਕਰੂੰਗੀ ਜੀ। ਫਿਰ ਮੈਂ ਵਾਪਸ ਆ ਗਈ। ਤੇ ਤੁਸੀਂ ਇੱਧਰ ਇੰਡੀਆ ਦੇ ਵਿੱਚ ਵੀ ਕਾਫੀ ਸਮਾਂ ਰਹੇ ਹੋ, ਹੁਣ ਵੀ ਰਹਿ ਰਹੇ ਹੋ, ਤੇ ਜਦੋਂ ਤੁਸੀਂ ਯੂਰਪ ਗਏ ਸੀਗੇ, ਉੱਥੇ ਜਾ ਕੇ ਤੇ ਇੱਧਰ ਦੇ ਮਾਹੌਲ ਦੇ ਵਿੱਚ ਤੁਹਾਨੂੰ ਕੀ ਫਰਕ ਨਜ਼ਰ ਆਇਆ? ਉੱਥੇ ਦਾ ਔਰ ਇੱਥੇ ਦਾ ਮਾਹੌਲ ਬਹੁਤ ਫਰਕ ਹੈ ਹੀ ਹੈ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ, ਇੱਕ ਤਾਂ ਵੈਸੇ ਉੱਥੇ ਪੋਪੂਲੇਸ਼ਨ ਇੰਨੀ ਘੱਟ ਹੈ, ਲੋਕ ਹੀ ਨਹੀਂ ਦਿਖਦੇ, ਹੈ ਨਾ। ਤੁਸੀਂ ਬਾਹਰ ਨਿਕਲੋ ਤੇ ਲੱਭਣੇ ਪੈਂਦੇ ਵੀ ਲੋਕ ਕਿੱਧਰ ਹੈਗੇ ਹੈ। ਔਰ ਦੂਸਰਾ ਇੱਕ ਜਿਹੜੀ ਉੱਥੇ ਦੀ ਸਭ ਤੋਂ ਵਧੀਆ ਚੀਜ਼ ਸੀ, ਉਹ ਹੈ ਕਿ ਉੱਥੇ ਦੀ ਵਿਮਨ ਆਪਣੇ ਆਪ ਨੂੰ ਸਿਕਿਉਰ ਫੀਲ ਕਰਦੀਆਂ, ਸੇਫ ਫੀਲ ਕਰਦੀਆਂ, ਹੈ ਨਾ। ਮੇਰੀ ਸਿਸਟਰ ਇਨ ਲਾਅ ਦੀ ਬੇਟੀਆਂ ਵੀ, ਅਗਰ ਉਹਨਾਂ ਨੇ ਰਾਤ ਨੂੰ 11-12 ਵਜੇ ਵੀ ਆਉਣਾ, ਤੇ ਉਹਨਾਂ ਲਈ ਕੋਈ ਇੱਦਾਂ ਦਾ ਮਾਹੌਲ ਨਹੀਂ ਹੈ ਇੰਡੀਆ ਵਾਲਾ ਕਿ ਲੜਕੀਆਂ ਕਿੱਥੇ ਹੋਣਗੀਆਂ, ਟਾਈਮ ਸਿਰ ਘਰ ਪਹੁੰਚਣ। ਸੋ ਉੱਥੇ ਇੱਕ ਸੇਫਟੀ ਹੈ, ਸਿਕਿਉਰਿਟੀ ਹੈ, ਆਪਣੇ ਕੰਮ ਨਾਲ ਲੋਕਾਂ ਨੂੰ ਕੰਮ ਹੈ, ਹੈਲਪਫੁਲ ਵੀ ਹੈਗੇ। ਇਹ ਨਹੀਂ ਹੈ ਕਿ ਉਹ ਲੋਕ ਹੈਲਪਫੁਲ ਨਹੀਂ ਹੈ, ਹੈਲਪ ਵੀ ਕਰਦੇ ਹੈ, ਬਟ ਆਪਣਾ ਕੰਮ ਵੀ। ਸੈਟਰਡੇ ਸੰਡੇ ਉਹਨਾਂ ਲਈ ਜਿਹੜਾ ਹੈ ਉਹ ਇੰਜੋਇਮੈਂਟ ਹੈ।
ਤੇ ਮਤਲਬ ਕਹਿਣ ਦੀ ਗੱਲ ਇਹ ਆ ਕਿ ਉਹਨਾਂ ਲੋਕਾਂ ਤੋਂ ਪ੍ਰਭਾਵਿਤ ਹੋਏ ਕਿ ਕੰਮ ਬਿਲਕੁਲ ਕਰਦੇ ਪਹਿਲੇ ਮੈਨੂੰ ਵੀ ਕੁਝ ਕਰਨਾ ਚਾਹੀਦਾ। ਬਿਲਕੁਲ ਹੋਈ ਤੇ ਵਾਪਸ ਆ ਕੇ ਮੈਂ ਸੋਚਣਾ ਸ਼ੁਰੂ ਕਰਤਾ ਕਿ ਮੈਂ ਹੁਣ ਕਿੱਥੇ ਕੰਮ ਕਰਾਂ। ਪਰ ਮੇਰੇ ਦਿਮਾਗ 'ਚ ਇਹੀ ਸੀਗਾ ਕਿ ਯੂਥ ਫੈਸਟੀਵਲ ਦਾ ਜਾਂ ਸਟੇਜ ਦਾ ਐਕਸਪੀਰੀਅੰਸ ਹੈ, ਚਲੋ ਰੇਡੀਓ ਟਰਾਈ ਕਰਦੇ ਹਾਂ। ਸੋ ਮੈਂ ਸਾਰੇ ਰੇਡੀਓਜ਼ 'ਚ ਪਹੁੰਚੀ। ਰੇਡੀਓ ਹੀ ਕਿਉਂ ਸੋਚਿਆ, ਟੀਵੀ ਕਿਉਂ ਨਹੀਂ ਸੋਚਿਆ? ਟੀਵੀ ਲਈ ਮੇਰੀ ਫੈਮਿਲੀ ਨੇ ਅਲਾਉ ਨਹੀਂ ਕਰਨਾ ਸੀ ਮੈਨੂੰ। ਅੱਛਾ, ਮੈਨੂੰ ਇਦਾਂ ਲੱਗਦਾ ਸੀਗਾ ਕਿ ਮੈਂ ਪੁੱਛੂੰਗੀ ਵੀ ਤੇ ਥੋੜਾ ਜਿਹਾ ਪ੍ਰੋਬਲਮ ਹੋਏਗਾ ਉਸ ਟਾਈਮ ਤੇ। ਹੁਣ ਤਾਂ ਖੈਰ ਨਹੀਂ ਹੈ। ਨਹੀਂ ਮੈਂ ਸੋਚਿਆ ਹੀ ਰੇਡੀਓ ਬਾਰੇ। ਮੈਨੂੰ ਵੈਸੇ ਵੀ ਨਾ ਰੇਡੀਓ ਦਾ ਬੜਾ ਕ੍ਰੇਜ਼ ਸੀਗਾ। ਮੈਨੂੰ ਲੱਗਦਾ ਸੀ ਆਵਾਜ਼ ਦੀ ਦੁਨੀਆ ਨਾ, ਕਿ ਤੁਸੀਂ ਚਾਹੇ ਸ਼ਕਲ ਨਹੀਂ ਦੇਖ ਪਾ ਰਹੇ ਬਟ ਆਪਣੀ ਆਵਾਜ਼ ਦੇ ਨਾਲ ਹੀ ਤੁਹਾਡੀ ਪਹਿਚਾਨ ਹੈ। ਸੋ ਮੈਂ ਇੱਕ ਇਦਾਂ ਦੀ ਪਹਿਚਾਨ ਆਪਣੀ ਹਾਸਿਲ ਕਰਨਾ ਚਾਹੁੰਦੀ ਸੀ, ਜਦਕਿ ਮੈਂ ਅੱਜ ਤੱਕ ਦੀ ਆਰਜੇ ਨਹੀਂ ਬਣੀ। ਤੇ ਮੈਮ ਕਦੇ ਤੁਸੀਂ ਰੇਡੀਓ ਸੁਣ ਰਹੇ ਹੋਵੋ ਤੇ ਤੁਹਾਨੂੰ ਕੋਈ ਐਂਕਰ ਵਧੀਆ ਲੱਗਿਆ ਹੋਵੇ, ਆਰਜੇ ਵਧੀਆ ਲੱਗਿਆ ਹੋਵੇ, ਔਰ ਤੁਸੀਂ ਉਸ ਨੂੰ ਸੋਚ ਕੇ, ਉਹਦੀ ਆਵਾਜ਼ ਨੂੰ ਸੋਚ ਕੇ, ਕਿਉਂਕਿ ਅਕਸਰ ਅਸੀਂ ਨਾ ਜਦੋਂ ਵੀ ਸੁਣਦੇ ਆ ਅਸੀਂ ਉਸ ਇਨਸਾਨ ਦੀ ਇਮੇਜ ਬਣਾਉਣੀ ਸ਼ੁਰੂ ਕਰ ਦਿੰਦੇ ਆ ਕਿ ਉਹ ਇਸ ਤਰ੍ਹਾਂ ਦਿਖਦਾ ਹੋਏਗਾ, ਇਸ ਤਰ੍ਹਾਂ ਦਿਖਦੀ ਹੋਏਗੀ। ਤੇ ਜਦੋਂ ਤੁਸੀਂ ਸੁਣਦੇ ਹੁੰਦੇ ਸੀ ਰੇਡੀਓ, ਤੇ ਕਿਹੜਾ ਐਂਕਰ ਜ਼ਿਆਦਾ ਪਸੰਦ ਸੀ ਤੇ ਕਿਸ ਤਰੀਕੇ ਦੀ ਇਮੇਜ ਤੁਹਾਡੇ ਮਾਈਂਡ 'ਚ ਆਈ ਸੀ ਉਸ ਨੂੰ ਸੁਣ ਕੇ? ਕਿਉਂਕਿ ਜਿਹੜੇ ਆਪਣੇ ਆਰਜੇ ਮੈਂ ਸੁਣਦੀ ਸੀ ਉਹਨਾਂ ਨੂੰ ਮੈਂ ਦੇਖਿਆ ਹੋਇਆ ਸੀ ਤਕਰੀਬਨ। ਸੋ ਇਸ ਕਰਕੇ ਕੋਈ ਇਮੇਜ ਨਹੀਂ, ਬਟ ਹਾਂ ਜਦੋਂ ਤੁਸੀਂ ਇਦਾਂ ਦੀ ਕੁਝ ਆਵਾਜ਼ ਸੁਣਦੇ ਹੋ, ਇੱਕ ਇਮੇਜਿਨੇਸ਼ਨ ਤਾਂ ਤੁਹਾਡੀ ਹੁੰਦੀ ਹੀ ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਨਾ। ਔਰ ਵੈਸੇ ਵੀ ਰੇਡੀਓ ਤੇ ਕੰਮ ਕਰਨ ਤੋਂ ਬਾਅਦ ਮੈਨੂੰ ਪਤਾ ਚੱਲਿਆ ਨਾ ਕਿ ਰੇਡੀਓ ਦੇ ਵਿੱਚ ਕੀ ਇਟਸ ਅ ਥੀਏਟਰ ਆਫ ਮਾਈਂਡ। ਤੁਸੀਂ ਹੁਣ ਜਦੋਂ ਅਸੀਂ ਖੁਦ ਪ੍ਰੋਡਕਸ਼ਨ ਕਰਦੇ ਆ, ਕੋਈ ਵੀ ਚੀਜ਼ ਹੁੰਦੀ ਹੈ ਅਸੀਂ ਉਹਨੂੰ ਪੂਰਾ ਇੱਕ ਰਿਐਲਿਟੀ ਦੇਣ ਵਾਸਤੇ ਉਹਦੇ 'ਚ ਕਿੰਨੇ ਐਸਐਫਐਕਸ ਡਾਲਦੇ ਆ, ਹਨਾ। ਦਰਵਾਜ਼ਾ ਖੁੱਲਿਆ ਉਹਦੀ ਆਵਾਜ਼ ਡਾਲਦੇ ਆ ਕਿ ਖੁੱਲਿਆ, ਚੱਲਣ ਦੀ ਆਵਾਜ਼ ਡਾਲਦੇ ਆ ਕੋਈ ਚੱਲਿਆ। ਸੋ ਇਮੇਜਿਨੇਸ਼ਨ। ਸੋ ਮੈਨੂੰ ਰੇਡੀਓ ਫੀਲਡ ਮੈਨੂੰ ਬਹੁਤ ਵਧੀਆ ਲੱਗਦਾ ਹੈ, ਇਸ ਕਰਕੇ ਮੈਂ ਸਿਰਫ ਰੇਡੀਓ ਲਈ ਸੋਚਿਆ। ਰੇਡੀਓ ਦੀ ਦੁਨੀਆ ਦੇ ਵਿੱਚ ਆਉਣ ਤੋਂ ਪਹਿਲਾਂ ਦੁਨੀਆ ਜਿਹੜੀ ਇੱਕ ਰੇਡੀਓ ਨੂੰ ਸੁਣਨ ਦੀ ਸੀਗੀ, ਉਹਦੇ ਵਿੱਚ ਤੁਸੀਂ ਕਿੰਨਾ ਕੁ ਜ਼ਿਆਦਾ ਇਨਵੋਲਵ ਸੀਗੇ ਕਿ ਕਿੰਨਾ ਕੁ ਰੇਡੀਓ ਸੁਣਦੇ ਸੀ? ਮੈਂ ਬਹੁਤ ਜ਼ਿਆਦਾ ਵੀ ਨਹੀਂ ਸੁਣਦੀ ਸੀ ਰੇਡੀਓ, ਥੋੜਾ ਸੁਣਦੀ ਸੀ, ਪਰ ਜਿਹੜਾ ਵੀ ਸੁਣਦੀ ਸੀ ਮੈਨੂੰ ਵਧੀਆ ਲੱਗਦਾ ਸੀ। ਮੈਨੂੰ ਲੱਗਦਾ ਸੀ ਕਿ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਨਾ ਆਪਣਾ ਅਗਰ, ਤੇ ਤੁਹਾਨੂੰ ਬੰਨ ਕੇ ਬੈਠਣਾ ਨਹੀਂ ਪਏਗਾ ਕਿ ਤੁਸੀਂ ਬੈਠ ਗਏ ਅੱਗੇ ਟੀਵੀ ਦੇਖਣ ਲਈ। ਮੈਨੂੰ ਲੱਗਦਾ ਸੀ ਕਿ ਤੁਸੀਂ ਕਿਚਨ 'ਚ ਕੰਮ ਵੀ ਕਰ ਰਹੇ ਆ, ਰੇਡੀਓ ਵੀ ਸੁਣ ਰਹੇ ਆ। ਪਰ ਮੈਂ ਇਹ ਗੱਲਾਂ ਜ਼ਿਆਦਾ ਨਹੀਂ ਕਰੂੰਗੀ ਕਿਉਂਕਿ ਮੈਂ ਖੁਦ ਇਸ ਟਾਈਮ ਰੇਡੀਓ ਟੀਵੀ ਤੇ ਆ। ਨਹੀਂ, ਇਹ ਵੀ ਦੇਖੋ, ਟੀਵੀ ਰੇਡੀਓ ਚਾਹੇ ਅਲੱਗ-ਅਲੱਗ ਨੇ, ਪਲੇਟਫਾਰਮ ਚਾਹੇ ਅਲੱਗ ਨੇ, ਪਰ ਗੱਲ ਇਹ ਹੈ ਕਿ ਲਾਈਨ ਇੱਕੋ ਹੀ ਹੈ, ਫੀਲਡ ਇੱਕੋ ਹੀ ਹੈ। ਬਿਲਕੁਲ। ਸੋ ਕਲਾਕਾਰ ਤਾਂ ਰੇਡੀਓ ਤੇ ਵੀ ਬੋਲ ਸਕਦਾ ਹੈ ਤੇ ਟੀਵੀ ਤੇ ਵੀ ਬੋਲ ਸਕਦਾ ਹੈ। ਉਹੀ ਤਾਂ ਮੈਂ ਕਹਿੰਦੀ, ਰੇਡੀਓ ਤੋਂ ਬਾਅਦ ਟੀਵੀ ਦਾ ਜਿਹੜਾ ਐਕਸਪੀਰੀਅੰਸ ਆ ਉਹ ਵਧੀਆ ਲੱਗ ਰਿਹਾ ਜੀ। ਤੇ ਹੁਣ ਆਪਾਂ ਗੱਲ ਕਰਦੇ ਆ ਯੂਰਪ ਤੋਂ ਵਾਪਸ ਆਏ, ਫਿਰ ਤੁਸੀਂ ਇਹ ਸੋਚਿਆ ਕਿ ਹੁਣ ਮੈਂ ਰੇਡੀਓ ਤੇ ਜਾਣਾ। ਫਿਰ ਕਿੰਨੇ ਟਾਈਮ ਬਾਅਦ ਤੁਸੀਂ ਰੇਡੀਓ ਤੇ ਜਾਣਾ ਸ਼ੁਰੂ ਕੀਤਾ? 5-6 ਮਹੀਨੇ ਲਈ ਤਾਂ ਮੈਂ ਚੱਕਰ ਹੀ ਮਾਰਦੀ ਰਹੀ ਸਭ ਦੇ ਜੀ, ਔਰ ਕਿਸੇ ਨੇ ਅਲਾਉ ਨਹੀਂ ਕੀਤਾ। ਉਸ ਤੋਂ ਬਾਅਦ ਮੇਰੀ ਐਜ਼ ਇੰਟਰਨ ਮੈਂ ਇੱਕ ਰੇਡੀਓ ਜੁਆਇਨ ਕੀਤਾ। 1 ਮਹੀਨੇ ਬਾਅਦ ਉਹਨਾਂ ਨੇ ਜੌਬ ਆਫਰ ਕੀਤਾ ਐਂਡ ਫਿਰ ਮੈਂ ਜੁਆਇਨ ਕਰ ਲਿਆ। ਠੀਕ ਹੈ। ਤੇ ਮੈਮ ਜੌਬ ਕਿਹੜੀ ਸੀ ਜਿਹੜੀ ਤੁਹਾਨੂੰ ਆਫਰ ਕੀਤੀ? ਮਾਰਕੀਟਿੰਗ ਐਗਜ਼ੀਕਿਊਟਿਵ। ਉਹ ਮੈਨੂੰ ਲੱਗਦਾ ਪਹਿਲੀ ਵਾਰ ਸੀ। ਉਹ ਵੀ ਪਹਿਲੀ ਵਾਰ ਸੀ। ਮੇਰਾ ਇੰਟਰਵਿਊ ਹੋਇਆ, ਬਹੁਤ ਇੰਟਰਸਟਿੰਗ ਹੈ। ਮੇਰਾ ਇੰਟਰਵਿਊ ਸੀਗਾ, ਉਹਨਾਂ ਨੇ ਕਿਹਾ ਜੀ ਤੁਹਾਡਾ ਇੰਟਰਵਿਊ ਹੋਣਾ। ਹੁਣ ਮੈਂ ਸੋਚਿਆ ਵੀ ਇੰਟਰਵਿਊ, ਕਦੀ ਮੈਂ ਅੱਜ ਤੱਕ ਇੰਟਰਵਿਊ ਨਹੀਂ ਦਿੱਤਾ ਸੀਗਾ। ਮੈਂ ਵੀ ਤਿਆਰ ਹੋ ਕੇ ਇੰਟਰਵਿਊ ਲਈ ਚਲੀ ਗਈ। ਉਹਨਾਂ ਨੇ ਮੈਨੂੰ ਸਵਾਲ ਪੁੱਛੇ, ਕਹਿੰਦੇ ਜੀ ਇੱਕ ਚੇਅਰ ਕਾ ਰੈਂਟ ਕਿਆ ਹੋਗਾ? ਮੈਂ ਕਿਹਾ ਮੈਨੂੰ ਕੀ ਪਤਾ। ਉਹ ਕਹਿੰਦੇ ਇੱਥੋਂ ਲੁਧਿਆਣਾ ਜਾਣਾ ਹੋਏ ਤੇ ਕਾਰ ਦਾ ਕੀ ਫੇਅਰ ਹੋਊਗਾ? ਨਹੀਂ ਪਤਾ। ਕਹਿੰਦੇ ਅੱਛਾ ਕੋਈ ਇਵੈਂਟ ਕਰਨਾ ਹੋਏਗਾ ਤੇ ਤੂੰ ਕੀ ਕਰੇਂਗੀ? ਮੈਂ ਕਿਹਾ ਮੈਂ ਕਿਸੇ ਹੋਟਲ 'ਚ ਜਾ ਕੇ ਕਹਿ ਦੂੰਗੀ 200 ਬੰਦਿਆਂ ਲਈ ਇਵੈਂਟ ਹੈ ਤਾਂ ਅਰੇਂਜ ਹੋ ਗਿਆ। ਅੱਛਾ, ਮਤਲਬ ਇੰਟਰਵਿਊ ਮੇਰਾ ਇਹ ਇੰਟਰਵਿਊ ਸੀ। ਅੱਛਾ, ਈਵਨ ਦੈਨ ਆਈ ਵਾਸ ਸਿਲੈਕਟਡ। ਅੱਛਾ, ਫਿਰ ਵੀ ਆਈ ਵਾਸ ਸਿਲੈਕਟਡ। ਮਤਲਬ ਇਹ ਵੀ ਬੜਾ ਇੱਕ ਇੰਟਰਸਟਿੰਗ ਪੁਆਇੰਟ ਹੈ ਕਿ ਪਤਾ ਨਹੀਂ ਸੀ ਕੁਝ ਵੀ, ਪਰ ਫਿਰ ਵੀ ਸਿਲੈਕਸ਼ਨ ਹੋ ਗਈ। ਹਾਂ, ਸਿਲੈਕਸ਼ਨ ਹੋ ਗਈ ਕਿਉਂਕਿ ਜਦ ਮੈਂ ਆਪਣੇ ਬੌਸ ਨੂੰ ਬਾਅਦ 'ਚ ਪੁੱਛਿਆ, ਉਹਨਾਂ ਨੇ ਕਿਹਾ ਕਿ ਜਿਹੜਾ ਕੌਨਫੀਡੈਂਸ ਮੈਨੂੰ ਚਾਹੀਦਾ ਸੀ ਨਾ ਉਹ ਮੈਨੂੰ ਦਿਖ ਰਿਹਾ ਸੀਗਾ। ਔਰ ਮੈਨੂੰ ਉਸ ਤੋਂ ਬਾਅਦ ਇਹ ਮੇਰਾ ਇੰਟਰਵਿਊ ਹੋ ਗਿਆ। ਉਸ ਤੋਂ ਬਾਅਦ ਮੇਰੇ ਅੱਗੇ 3 ਇਵੈਂਟਸ ਉਹਨਾਂ ਨੇ ਮੈਨੂੰ ਆਰਗੇਨਾਈਜ਼ ਕਰਨ ਲਈ ਕਿਹਾ। ਉਸ ਤੋਂ ਬਾਅਦ ਉਹਨਾਂ ਨੇ ਫਾਈਨਲ ਆਪਣੇ ਉਹਨਾਂ ਦੇ ਦਿਮਾਗ 'ਚ ਜੋ ਚੱਲ ਰਿਹਾ ਸੀ ਕਿ ਦੇਖਦੇ ਆ ਵੀ ਕੀ ਕਰਦੀ ਹੈ ਨਾ। ਹਾਂ, ਉਹਨਾਂ ਨੇ ਕਿਹਾ ਅੱਛਾ ਪਹਿਲਾ ਇਵੈਂਟ ਹੈ, ਯੂਥ ਨੂੰ ਕਨੈਕਟ ਕਰਨਾ ਹੈ, ਆਪਾਂ ਕੀ ਕਰਾਂਗੇ। ਉਦੋਂ ਫਿਲਮ ਆਈ ਸੀ ਚੱਕ ਦੇ ਇੰਡੀਆ। ਅੱਛਾ, ਮੈਂ ਉਹਦੇ ਉੱਪਰ ਕਰ ਦਿੱਤਾ ਚੱਕ ਦੇ ਜਲੰਧਰ। ਅੱਛਾ, ਹਾਕੀ ਮੈਚਸ ਕਰਵਾ ਦਿੱਤੇ, ਹੈਨਾ। ਦੂਸਰਾ ਸੀਗਾ ਫਰੈਂਡਸ਼ਿਪ ਡੇ। ਫਰੈਂਡਸ਼ਿਪ ਡੇ ਦੇ ਉੱਪਰ ਜੈ ਔਰ ਵੀਰੂ ਬਣਾਤੇ ਇੱਕ ਮੋਟਰਸਾਈਕਲ, ਔਰ ਉਹਦੇ ਨਾਲ ਇੱਕ ਉਹਦੇ ਵਿੱਚ ਸਾਰੇ ਜਲੰਧਰ ਦੇ ਵਿੱਚ ਉਹਨਾਂ ਨੇ ਫਰੈਂਡਸ਼ਿਪ ਬੈਂਡਸ ਵੰਡੇ। ਸੋ ਦੋਨੋਂ ਹਿੱਟ ਹੋ ਗਈਆਂ ਐਕਟੀਵਿਟੀਜ਼ ਔਰ ਮੈਂ ਬਣ ਗਈ ਐਗਜ਼ੀਕਿਊਟਿਵ। ਤੁਸੀਂ ਵੀ ਹਿੱਟ ਹੋ ਗਏ, ਸਟਾਰ ਬਣ ਗਏ। ਮੈਂ ਸਟਾਰ ਬਣ ਗਈ। ਦਿਮਾਗ ਤਾਂ ਦੇਖ ਲਓ ਪਹਿਲਾਂ ਕ੍ਰੀਏਟਿਵ ਸੀ। ਬਿਲਕੁਲ ਕ੍ਰੀਏਟਿਵ ਤਾਂ ਸੀ ਨਾ। ਜਦੋਂ ਉਹ ਕਹਿ ਹੀ ਰਹੇ ਨੇ ਮੈਮ, ਜਦੋਂ ਤੁਸੀਂ ਦੱਸਿਆ ਕਿ ਸਿੱਖਣ ਦਾ ਹਮੇਸ਼ਾ ਤੁਹਾਨੂੰ ਸ਼ੌਂਕ ਰਿਹਾ, ਤੇ ਜਿਹੜੇ ਬੰਦੇ ਨੂੰ ਸਿੱਖਣ ਦਾ ਸ਼ੌਂਕ ਰਿਹਾ ਹੋਵੇ ਔਰ ਸਿੱਖਦਾ ਰਹਿੰਦਾ ਹੋਵੇ, ਉਹਦੇ ਕੋਲ ਬਹੁਤ ਸਾਰੀਆਂ ਆਪਸ਼ਨਸ ਆਟੋਮੈਟਿਕਲੀ ਦਿਮਾਗ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਨੇ ਨਾ। ਸੋ ਜਦੋਂ ਤੁਸੀਂ ਮੈਮ ਫਰਸਟ ਇਵੈਂਟ ਕੀਤਾ ਜਿਹੜਾ ਚੱਕ ਦੇ ਜਲੰਧਰ ਵਾਲਾ ਸੀਗਾ,
ਉਸ ਦੇ ਵਿੱਚ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਕਿ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਉਸ ਨੂੰ ਹੈਂਡਲ ਕਰਨ ਦੇ ਤਿਆਰੀਆਂ ਵਿੱਚ ਕਿਵੇਂ ਉਸ ਨੂੰ? ਹਾਂਜੀ, ਕਿਉਂਕਿ ਮੁਸ਼ਕਿਲ ਆਉਂਦੀਆਂ ਸਭ ਨੂੰ ਹੈ, ਪਰ ਉਹਦਾ ਕੋਈ ਨਾ ਕੋਈ ਸੋਲੂਸ਼ਨ ਵੀ ਹੁੰਦਾ ਹੈ ਨਾ। ਜਦੋਂ ਤੁਸੀਂ ਸੋਚਦੇ ਨਾ ਕਿ ਮੈਨੂੰ ਸਾਰਾ ਕੁਝ ਆਉਂਦਾ, ਮੈਂ ਕਰ ਲੂੰਗੀ, ਕੋਈ ਵੀ ਮੈਂ ਨਹੀਂ ਕਰ ਸਕਦਾ। ਜਦੋਂ ਤੁਹਾਡੇ ਨਾਲ 2-3 ਲੋਕ ਹੈ, ਹੁਣ ਮੈਨੂੰ ਕੋਈ ਪ੍ਰੋਬਲਮ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕੀਤੀ, ਤੁਸੀਂ ਮੈਨੂੰ ਕੋਈ ਤਾਂ ਸਲਾਹ ਦੋਗੇ ਨਾ, ਔਰ ਮੈਨੂੰ ਅੱਛੀ ਲੱਗੇਗੀ ਮੈਂ ਐਕਸੈਪਟ ਕਰੂੰਗੀ, ਨਹੀਂ ਚੰਗੀ ਲੱਗੇਗੀ ਤਾਂ ਮੈਂ ਨਹੀਂ ਕਰੂੰਗੀ। ਇਦਾਂ ਹੀ ਮੈਨੂੰ ਪਤਾ ਚੱਲਿਆ ਵੀ ਇਹਦੇ ਲਈ ਸਪਾਂਸਰ ਚਾਹੀਦੇ ਹੁੰਦੇ ਆ। ਮੈਂ ਪਹਿਲਾਂ ਸਪਾਂਸਰਸ ਦੀ ਲਿਸਟ ਬਣਾਈ, ਸਪਾਂਸਰਸ ਕੋ ਪਹੁੰਚੀ, ਫਿਰ ਉਹਨਾਂ ਕੋਲ ਕੁਝ ਸਪਾਂਸਰ ਕਰਾਉਣਾ ਹੁੰਦਾ ਸਮਾਨ, ਉਹ ਕਰਵਾਇਆ, ਕਾਲਜਿਸ 'ਚ ਜਾ ਕੇ ਟਾਈਪਸ ਕੀਤੇ, 2 ਟੀਮਸ ਦੇ ਮੈਚਸ ਕਰਵਾਏ, ਬਸ ਹੋ ਗਿਆ। ਮੈਮ ਹੋ ਤਾਂ ਗਿਆ, ਪਰ ਇਹਦੇ ਪਿੱਛੇ ਜਿਹੜੀ ਮੈਮ ਕਿੰਨੇ ਦਿਨ ਲੱਗੇ? ਤੁਸੀਂ ਲਿਸਟ ਬਣਾਈ? ਨਹੀਂ ਜ਼ਿਆਦਾ ਦਿਨ ਨਹੀਂ, ਮੇਰੇ ਖਿਆਲ 5 to 6 days ਮੁਸ਼ਕਿਲ ਨਾਲ। ਤੇ ਜਦੋਂ ਮੈਮ ਤੁਹਾਨੂੰ ਮਾਰਕੀਟਿੰਗ ਦਾ ਐਕਸਪੀਰੀਅੰਸ ਵੀ ਨਹੀਂ ਸੀਗਾ, ਇੱਕ ਮਾਰਕੀਟਿੰਗ ਇਦਾਂ ਦੀ ਫੀਲਡ ਹੈ ਕਿ ਸਪੈਸ਼ਲੀ ਗਰਲਸ ਵਾਸਤੇ ਕਿ ਜਦੋਂ ਤੁਸੀਂ ਫੀਲਡ 'ਚ ਉਤਰਦੇ ਹੋ ਤੁਹਾਨੂੰ ਬਹੁਤ ਸਾਰੇ ਚੈਲੰਜਸ ਦੇਖਣੇ ਪੈਂਦੇ ਨੇ, ਸਾਹਮਣਾ ਕਰਨਾ ਪੈਂਦਾ ਆ। ਤੇ ਜਦੋਂ ਤੁਸੀਂ ਲੋਕਾਂ ਦੇ ਕੋਲ ਗਏ, ਕਿਉਂਕਿ ਇੱਕ ਤਾਂ ਨਿਊ ਫੇਸ ਸੀ, ਬਿਲਕੁਲ ਫਰੈਸ਼ ਫੇਸ ਸੀਗਾ, ਜਾਂ ਪਹਿਲਾਂ ਕੋਈ ਲਿੰਕਸ ਨਹੀਂ ਸੀਗੇ ਹੈ ਨਾ, ਤੇ ਤੁਸੀਂ ਲੋਕਾਂ ਦੇ ਕੋਲ ਗਏ ਤੇ ਉਹਨਾਂ ਦਾ ਰਿਸਪੌਂਸ ਕੀ ਸੀ ਅੱਗੇ ਉਹਦੀ? ਮੇਰੇ ਦਿਮਾਗ 'ਚ ਨਾ ਇੱਕ ਗੱਲ ਸੀ, ਪਹਿਲਾਂ ਤਾਂ ਮੇਰੇ ਘਰ 'ਚੋਂ ਵੀ ਬਹੁਤ ਜ਼ਿਆਦਾ ਖੁਸ਼ ਨਹੀਂ ਸੀਗੇ ਲੋਕ ਕਿ ਮੈਂ ਮਾਰਕੀਟਿੰਗ 'ਚ ਜਾ ਰਹੀ ਹਾਂ, ਹੈ ਨਾ। ਸਭ ਨੂੰ ਲੱਗਦਾ ਸੀ ਕਿ ਐਕਚੁਅਲੀ ਅਸੀਂ ਬਿਜ਼ਨਸ ਕਲਾਸ ਫੈਮਿਲੀ ਤੋਂ ਹੈ, ਉਹਨਾਂ ਨੂੰ ਲੱਗਦਾ ਸੀ ਕਿ ਹੁਣ ਇਹ ਮਾਰਕੀਟਿੰਗ ਕਰੇਗੀ, ਸ਼ਾਪ ਟੂ ਸ਼ਾਪ ਜਾਏਗੀ, ਬਟ ਮੈਂ ਇਹਨੂੰ ਐਜ਼ ਅ ਚੈਲੰਜ ਸੋਚਿਆ ਹੋਇਆ ਸੀ। ਕਿਉਂਕਿ ਮੈਂ ਨਾ ਹਮੇਸ਼ਾ ਇੱਕ ਚੀਜ਼ ਸੋਚਦੀ ਹਾਂ ਕਿ ਮੈਂ ਕਿਸੇ ਨਾਲ ਕੋਈ ਗੱਲ ਕੀਤੀ, ਕੁਝ ਵੀ ਪ੍ਰਪੋਜ਼ਲ ਲੈ ਕੇ ਗਈ, ਉਹਨਾਂ ਨੇ ਅਗਰ ਹਾਂ ਕਰ ਦਿੱਤੀ ਠੀਕ ਹੈ, ਜੇ ਨਾ ਵੀ ਕਰਤੀ ਤਾਂ ਮੇਰਾ ਨੁਕਸਾਨ ਥੋੜੀ ਹੈ। ਹਾਂ ਜਾਂ ਨਾ 'ਚ ਦੋਨਾਂ 'ਚੋਂ ਇੱਕ ਚੀਜ਼ ਤਾਂ ਹੋਏਗੀ ਨਾ। ਜੇ ਹਾਂ ਹੋਏਗੀ ਤਾਂ ਵੀ ਠੀਕ ਹੈ, ਨਾ ਹੋਏਗੀ ਤਾਂ ਵੀ ਠੀਕ ਹੈ, ਉਹਨੂੰ ਇੰਨਾ ਜ਼ਿਆਦਾ ਦਿਲ ਨਾਲ ਲਗਾਉਣ ਦੀ ਜ਼ਰੂਰਤ ਨਹੀਂ ਹੈ, ਨਹੀਂ ਤਾਂ ਫਿਰ ਪ੍ਰਪੋਜ਼ਲ ਨੈਕਸਟ ਕਿਸੇ ਹੋਰ ਜਗ੍ਹਾ। ਸੋ ਕੋਈ ਇੰਨੀ ਦਿੱਕਤ ਮੈਨੂੰ ਨਹੀਂ ਲੱਗਦਾ। ਮਤਲਬ ਪ੍ਰੈਸ਼ਰ ਨਹੀਂ ਸੀ ਮਾਈਂਡ ਤੇ ਕਿਸੇ ਵੀ ਚੀਜ਼ ਦਾ। ਤੇ ਮੈਮ ਲੋਕਾਂ ਨੂੰ ਮਿਲਣ ਤੁਸੀਂ ਇਕੱਲੇ ਜਾਂਦੇ ਹੁੰਦੇ ਸੀ? ਯੈਸ, ਬਿਲਕੁਲ ਇਕੱਲੇ, ਕੋਈ ਦਿੱਕਤ ਨਹੀਂ ਮੈਨੂੰ। ਸੱਚੀ ਮੈਂ ਦੱਸਾਂ, 14 ਸਾਲ ਹੋ ਗਏ ਅੱਜ ਮੈਨੂੰ ਰੇਡੀਓ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੋਈ ਦਿੱਕਤ ਆਏ। ਮੈਂ ਮਾਰਕੀਟਿੰਗ ਕੀਤੀ ਹੈ, ਸੇਲਸ ਕੀਤੀ ਹੈ, ਪ੍ਰੋਗਰਾਮਿੰਗ ਕੀਤੀ ਹੈ, ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਮੁਸ਼ਕਿਲ ਆਏ। ਪ੍ਰੈਸ਼ਰ ਹੁੰਦਾ ਹੈ, ਹਰ ਕੰਮ 'ਚ ਹੁੰਦਾ ਹੈ, ਪਰ ਇਹ ਡਿਪੈਂਡ ਕਰਦਾ ਤੁਸੀਂ ਪ੍ਰੈਸ਼ਰ ਨੂੰ ਕਿਸ ਤਰੀਕੇ ਨਾਲ ਲੈਂਦੇ ਹੋ। ਉਹ ਤਾਂ ਮੈਂ ਦੇਖ ਰਹੀ ਹਾਂ, ਜਿਸ ਹਿਸਾਬ ਦੇ ਨਾਲ ਤੁਸੀਂ ਪੋਜ਼ਿਟਿਵਿਟੀ ਦੇ ਨਾਲ ਗੱਲਾਂ ਕਰ ਰਹੇ ਹੋ ਔਰ ਦੱਸ ਰਹੇ ਹੋ ਕਿ ਹਾਂ ਜਾਂ ਨਾ, ਮਤਲਬ ਦੋ ਹੀ ਆਪਸ਼ਨ ਨੇ ਸਾਡੇ ਕੋਲ। ਮੈਮ ਇਹ ਤਾਂ ਹੁੰਦਾ ਆ, ਕਿਉਂਕਿ ਜੇ ਅਸੀਂ ਆਪਣੇ ਤੇ ਵੀ ਗੱਲ ਲਈਏ, ਕਿਸੇ ਨੂੰ ਮਿਲਣਾ, ਪਹਿਲੀ ਵਾਰ ਕਿਸੇ ਬੰਦੇ ਨੂੰ ਮਿਲਣਾ ਜਾਂ ਕਿਸੇ ਸਪਾਂਸਰ ਤੋਂ ਜਾਣਾ, ਇੱਕ ਟੈਨਸ਼ਨ ਹੁੰਦੀ ਕਿ ਉਹ ਹਾਂ ਕਰੇਗਾ ਨਾ ਕਰੇਗਾ, ਪਰ ਨਹੀਂ ਮੈਮ ਤਾਂ ਕੁਛ ਹੈ ਹੀ ਨਹੀਂ ਦੱਸੋ। ਉਹ ਰਿਫਲੈਕਟ ਕਰਦੀ ਆ ਫੇਸ ਤੇ ਚੀਜ਼, ਹੈ ਨਾ। ਸੋ ਮੈਮ ਗੱਲਾਂ ਹੋਰ ਵੀ ਬਹੁਤ ਸਾਰੀਆਂ ਨੇ, ਆਪਾਂ ਗੱਲਾਂ ਕਰਦੇ ਰਵਾਂਗੇ, ਤੇ ਪਰ ਇੱਥੇ ਵੇਲਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਨੇ ਆ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਸੀਮਾ ਸੋਨੀ ਜੀ ਮੌਜੂਦ ਨੇ, ਇੱਕ ਨਵਾਂ ਚਿਹਰਾ, ਮਤਲਬ ਤੁਹਾਡੇ ਵਾਸਤੇ ਕਹਿ ਸਕਦੇ ਹਾਂ, ਅਸੀਂ ਮਿਲਦੇ ਰਹਿੰਦੇ ਹਾਂ ਔਰ ਰੇਡੀਓ ਲਾਈਨ ਨੂੰ ਵੀ ਪਤਾ ਆ, ਕਿਉਂਕਿ ਰੇਡੀਓ ਦੇ ਵਿੱਚ ਚਿਹਰਾ ਨਹੀਂ ਨਾ ਦਿਖਦਾ, ਇਸ ਕਰਕੇ ਮੈਂ ਕਹਿ ਰਹੀ ਹਾਂ ਕਿ ਇੱਕ ਨਵਾਂ ਚਿਹਰਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ। ਹਾਂ ਬਿਲਕੁਲ ਦੇਖ ਰਹੀ ਹਾਂ, ਮੈਂ ਦੇਖ ਰਹੀ ਹਾਂ, ਇਹ ਗੱਲ ਘੁਮਾ ਰਹੇ ਨੇ। ਸੋ ਇੱਕ ਆਪਣੇ ਆਪ 'ਚ ਮਿਸਾਲ ਨੇ ਮੈਮ, ਐਂਡ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ। ਸੋ ਮੈਮ ਗੱਲ ਕਰ ਰਹੇ ਸੀ ਅਸੀਂ ਮਾਰਕੀਟਿੰਗ ਦੀ। ਬਿਨਾਂ ਕਿਸੇ ਐਕਸਪੀਰੀਅੰਸ ਤੋਂ ਤੁਸੀਂ ਮਾਰਕੀਟ ਦੇ ਵਿੱਚ ਗਏ ਹੋ ਐਂਡ ਸਪਾਂਸਰਸ ਲੱਭੇ ਨੇ, ਉਸ ਤੋਂ ਬਾਅਦ ਇਵੈਂਟ ਕਰਵਾ ਦਿੱਤਾ, ਤੇ ਦੈਨ ਉਸ ਤੋਂ ਬਾਅਦ ਦਾ ਰਿਸਪੌਂਸ ਕੀ ਰਿਹਾ ਆਫਿਸ ਵੱਲੋਂ, ਜਿੱਥੇ ਤੁਸੀਂ ਕੰਮ ਕਰ ਰਹੇ ਸੀ ਉਹਨਾਂ ਦਾ ਕੀ ਰਿਸਪੌਂਸ ਰਿਹਾ, ਤੇ ਫਿਰ ਹੌਲੀ ਹੌਲੀ ਲਿੰਕਸ ਜਿੱਦਾਂ ਆ ਉਹ ਕਿੱਦਾਂ ਡਿਵੈਲਪ ਹੋਏ ਤੁਹਾਡੇ? ਮੇਰੇ ਇਵੈਂਟਸ ਵਧੀਆ ਹੋ ਗਏ ਜੀ। ਉਸ ਤੋਂ ਬਾਅਦ ਜਦੋਂ ਮੈਂ ਆਫਿਸ 'ਚ ਬੈਠਦੀ ਸੀ ਨਾ, ਕਿਉਂਕਿ ਆਫਿਸ 'ਚ ਸੇਲਸ ਟੀਮ ਵੀ ਹੁੰਦੀ ਹੈ ਜੀ, ਕਿਉਂਕਿ ਮਾਰਕੀਟਿੰਗ ਦਾ ਕੰਮ ਹੈ ਬ੍ਰਾਂਡਿੰਗ, ਐਂਡ ਸੇਲਸ ਦਾ ਹੈ ਪੈਸਾ ਲੈ ਕੇ ਆਉਣਾ। ਸੋ ਮੈਂ ਦੇਖਦੀ ਸੀ ਕਿ ਸੇਲਸ ਟੀਮ ਵੀ ਕੰਮ ਕਰ ਰਹੀ ਹੈ, ਜਦੋਂ ਮੈਂ ਫ੍ਰੀ ਹੁੰਦੀ ਹਾਂ ਮੈਂ ਕੀ ਕਰੂੰ। ਮੈਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਫ੍ਰੀ ਨਹੀਂ ਬੈਠ ਸਕਦੀ, ਮੈਂ ਉੱਥੋਂ ਯੈਲੋ ਪੇਜਿਸ ਲੈ ਕੇ ਨਾ ਉਹ 'ਚੋਂ ਐਡਰੈਸਿਸ ਦੇਖਣੇ, ਲੋਕਾਂ ਨਾਲ ਫੋਨ ਤੇ ਗੱਲ ਕਰਨੀ, ਉਹਨਾਂ ਨੂੰ ਦੱਸਣਾ ਰੇਡੀਓ ਦੇ ਬਾਰੇ। ਇਸ ਤਰੀਕੇ ਨਾਲ ਕਰਦੇ ਕਰਦੇ 2-3 ਮੀਟਿੰਗਸ ਹੋਈਆਂ, ਔਰ ਮੈਂ ਆਪਣੇ ਆਪ ਹੀ ਮਾਰਕੀਟਿੰਗ 'ਚ ਹੁੰਦੇ ਹੋਏ ਵੀ 1-2 ਡੀਲਸ ਕਰਤੀਆਂ। ਅੱਛਾ, ਮਤਲਬ ਕੋਈ ਇਦਾਂ ਦਾ ਨਹੀਂ ਸੀਗਾ, ਆਫਿਸ ਵੱਲੋਂ ਨਹੀਂ ਕਿਸੇ ਨੇ ਕਿਹਾ ਕਿ ਤੁਸੀਂ ਸੇਲ ਕਰੋ ਜਾਂ ਨਾ, ਆਪਣੇ ਆਪ ਹੀ? ਹਾਂ ਆਪਣੇ ਆਪ ਮੈਂ 2-3 ਸੇਲਸ ਕਰਤੀਆਂ, ਜਦੋਂ ਕਿ ਨਏ ਰੇਡੀਓ ਸੀਗੇ, ਔਰ ਉਸ ਟਾਈਮ ਤੇ ਡੀਲ ਦਾ ਕਿਸੇ ਦਾ ਹੋ ਜਾਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ। 2-3 ਡੀਲਸ ਡਨ ਹੋ ਗਈਆਂ, ਕੰਪਨੀ ਨੇ ਮੈਨੂੰ ਮਾਰਕੀਟਿੰਗ ਤੋਂ ਸੇਲਸ 'ਚ ਪਾਤਾ। ਇਹਨਾਂ ਦੀ ਕਿਹੜੀ ਗੱਲ ਕਰਦੇ ਸੀ ਤੁਸੀਂ ਜਿਹੜੀ ਇੰਨੀ ਛੇਤੀ
ਡੀਲ ਡਨ। ਹਾਂ ਡੀਲਸ ਡਨ ਹੋਈਆਂ। ਫਿਰ ਮੈਨੂੰ ਕਿਉਂਕਿ ਮੈਂ ਜਦੋਂ ਗਈ ਸੀ ਰੇਡੀਓ 'ਚ ਮੈਂ ਐਗਜ਼ੀਕਿਊਟਿਵ ਸੀ। ਫਿਰ ਮੈਨੂੰ ਜਦੋਂ ਮੇਰੇ ਇਵੈਂਟਸ ਹੋ ਗਏ ਸੀ ਮੈਂ ਮਾਰਕੀਟਿੰਗ ਮੈਨੇਜਰ ਸੀ। ਫਿਰ ਜਦੋਂ ਮੇਰੀਆਂ ਡੀਲਸ ਡਨ ਹੋ ਗਈਆਂ ਇਵੈਂਟਸ ਤੋਂ ਬਾਅਦ ਫਿਰ ਮੈਂ ਸੇਲਸ ਮੈਨੇਜਰ ਸੀ। ਅੱਛਾ। ਫਿਰ ਮੇਰੀਆਂ ਡੀਲਸ ਹੁੰਦੀਆਂ ਗਈਆਂ ਫਿਰ ਮੈਂ ਬਣ ਗਈ ਮੈਨੇਜਰ। ਉਸ ਤੋਂ ਬਾਅਦ ਹੋਰ ਸੇਲਸ ਵਧੀਆ ਹੋ ਗਈਆਂ ਫਿਰ ਮੈਂ ਬਣ ਗਈ ਸੇਲਸ ਹੈਡ ਜੀ। ਫਿਰ ਐਕਟਿੰਗ ਸਟੇਸ਼ਨ ਹੈਡ ਐਂਡ ਦੈਨ ਸਟੇਸ਼ਨ ਹੈਡ। ਮਤਲਬ ਮੈਂ 14 ਮਹੀਨਿਆਂ 'ਚ ਉਸ ਸਟੇਸ਼ਨ ਦੀ ਲਾਸਟ ਚੇਅਰ 'ਤੇ ਸੀ। ਵਾਹ ਕੀ ਬਾਤ ਹੈ। ਇੰਨਾ ਕੁਝ ਸੁਣ ਕੇ ਤਾਂ ਸੱਚੀ ਮੂੰਹ ਤੋਂ ਵਾਹ ਇਹੀ ਨਿਕਲਦਾ। ਸਹੀ ਗੱਲ ਹੈ। ਸੋ ਮੈਮ ਹੁਣ ਆਪਾਂ ਸੇਲਸ ਦੀ ਗੱਲ ਕਰ ਲੈਂਦੇ ਹਾਂ ਮਾਰਕੀਟਿੰਗ ਤੋਂ ਨਿਕਲ ਕੇ, ਕਿ ਜਦੋਂ ਸੇਲਸ ਦਾ ਤੁਹਾਨੂੰ ਮੌਕਾ ਮਿਲਿਆ ਤੁਸੀਂ 1-2 ਡੀਲਸ ਤਾਂ ਪਹਿਲੇ ਡਨ ਕਰਤੀਆਂ ਨਾ, ਉਸ ਤੋਂ ਬਾਅਦ ਫਿਰ ਆਫਿਸ ਜਦੋਂ ਤੁਹਾਡੇ ਬੌਸ ਸੀਗੇ ਉਹਨਾਂ ਨੇ ਕੀ ਕਿਹਾ? ਮਤਲਬ ਇਦਾਂ ਨਹੀਂ ਕਿਹਾ ਕਿ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਤੁਸੀਂ ਡੀਲ ਕਰਨ ਚਲੇ ਗਏ ਜਾਂ? ਨਹੀਂ ਉਹਨਾਂ ਦੀ ਨੌਲੇਜ 'ਚ ਹੁੰਦਾ ਸੀ। ਓਕੇ। ਮਤਲਬ ਮੇਰਾ KRA ਨਹੀਂ ਸੀਗਾ ਬਟ ਉਹਨਾਂ ਨੂੰ ਕੀ ਹੈ ਅਗਰ ਕੋਈ ਵੀ ਬੰਦਾ ਕਹੇ ਮੈਂ ਜ਼ਿਆਦਾ ਕੰਮ ਕਰਨਾ ਉਹ ਕਹਿਣਗੇ ਠੀਕ ਹੈ ਇਟਸ ਓਕੇ। ਸੋ ਉਹਨਾਂ ਦੀ ਨੌਲੇਜ 'ਚ ਸੀਗਾ ਬਟ ਜਦੋਂ ਕੰਪਨੀ ਨੂੰ ਲੱਗਾ ਕਿ ਇਹ ਡੀਲਸ ਇਹਦੀਆਂ ਡਨ ਹੋ ਗਈਆਂ ਤਾਂ ਉਹਨਾਂ ਨੇ ਮੈਨੂੰ ਸੇਲਸ ਵਿੱਚ ਆਪਣੇ ਆਪ ਹੀ ਲੈਟਰ ਕੱਢਤੀ ਸੇਲਸ ਮੈਨੇਜਰ। ਲੱਗਦਾ ਕਿ ਹੁਣ ਆਪਾਂ ਸੇਲ ਤੋਂ ਮਾਰਕੀਟਿੰਗ ਤੋਂ ਨਿਕਲ ਕੇ ਗਾਣਾ ਸੁਣ ਲਈਏ। ਗਾਣਾ ਮੈਮ ਤੁਸੀਂ ਆ ਗਿਆ ਯਾਦ ਤੁਹਾਨੂੰ? ਹਾਲੇ ਮੈਂ ਕੀਤਾ ਨਹੀਂ ਆਇਆ। ਮੈਨੂੰ ਲੱਗਦਾ ਮੈਮ ਨੇ ਗਾਣਾ ਆਫ ਕੈਮਰਾ ਹੀ ਸੁਣਾਉਣਾ ਹੈ। ਮੈਨੂੰ ਵੀ ਇਦਾਂ ਹੀ ਲੱਗ ਰਿਹਾ। ਨਹੀਂ ਇਦਾਂ ਆਪਾਂ ਹੋਣ ਨਹੀਂ ਦੇਣਾ। ਅਗਲੀ ਬ੍ਰੇਕ ਤੋਂ ਬਾਅਦ ਤੁਹਾਡੇ ਕੋਲ ਗਾਣਾ ਅਸੀਂ ਜ਼ਰੂਰ ਸੁਣਾਂਗੇ। ਜਾਂਦੇ ਜਾਂਦੇ ਵਾਲਾ ਨਾ ਜਾਂਦੇ ਵਾਲਾ ਠੀਕ ਹੈ। ਤੇ ਮੈਮ ਉਸ ਤੋਂ ਬਾਅਦ ਇਵੈਂਟਸ ਦੀ ਗੱਲ ਕਰਦੇ ਹਾਂ ਕਿ ਉਸ ਤੋਂ ਇਲਾਵਾ ਹੋਰ ਕਿਹੜੇ ਇਵੈਂਟਸ ਤੁਸੀਂ ਕਰਵਾਏ? ਇਵੈਂਟਸ ਤੋਂ ਬਾਅਦ ਤਾਂ ਸੇਲਸ ਵਿੱਚ ਆ ਗਈ ਨਾ ਮੈਂ। ਅੱਛਾ। ਉਸ ਤੋਂ ਬਾਅਦ ਸੇਲਸ ਮੇਰੇ ਕੋਲ ਮਾਰਕੀਟ ਹੁੰਦੀ ਸੀ ਜਲੰਧਰ ਐਂਡ ਲੁਧਿਆਣਾ। ਜਿਹੜੇ ਵੀ ਬੜੇ ਕਲਾਇੰਟਸ ਆ ਲੁਧਿਆਣਾ ਦੇ ਉਹ ਸਾਰੇ ਮੈਂ ਖੁਦ ਹੀ ਡੀਲ ਕਰਦੀ ਸੀ ਉਹਨਾਂ ਨਾਲ ਜਾ ਕੇ। ਔਰ ਉਹਦੇ 'ਚ ਇੱਕ ਬੜਾ ਵਧੀਆ ਇਨਸੀਡੈਂਟ ਹੈ ਕਿ ਮੈਂ ਜਦੋਂ ਆਪਣੇ ਆਫਿਸ ਤੱਕ ਤਾਂ ਗੱਡੀ 'ਚ ਆਉਂਦੀ ਸੀਗੀ ਆਪਣੀ ਕਾਰ 'ਚ ਨਾ, ਪਰ ਮੈਂ ਕਦੀ ਇੱਦਾਂ ਲੁਧਿਆਣਾ ਤੱਕ ਡਰਾਈਵ ਕਰਕੇ ਨਹੀਂ ਗਈ ਸੀ। ਔਰ ਫਿਰ ਮੈਂ ਲੁਧਿਆਣਾ ਜਾਣ ਲੱਗ ਗਈ। ਮੇਰੇ ਹਸਬੈਂਡ ਨੂੰ ਨਹੀਂ ਪਤਾ ਸੀ ਕਿ ਮੈਂ ਫੈਮਿਲੀ 'ਚ ਕਿਸੇ ਨੂੰ ਨਹੀਂ ਪਤਾ ਸੀ ਕਿ ਮੈਂ ਲੁਧਿਆਣਾ ਤੱਕ ਗੱਡੀ ਚਲਾ ਕੇ ਚਲੀ ਜਾਂਦੀ ਹਾਂ। ਅੱਛਾ। ਤੇ ਇੱਕ ਵਾਰ ਨਾ ਮੇਰੇ ਹਸਬੈਂਡ ਮੇਰੀ ਗੱਡੀ ਅੰਦਰ ਕਰ ਰਹੇ ਸੀ ਤੇ ਉਹਦੇ ਚੋਂ ਨਾ ਟੋਲ ਟੈਕਸ ਦੀ ਪਰਚੀ ਨਿਕਲ ਆਈ। ਉਹ ਮੈਨੂੰ ਪੁੱਛਦੇ ਆ ਗਏ ਵੀ ਇਹ ਲੁਧਿਆਣਾ ਤੇਰੀ ਗੱਡੀ ਕੌਣ ਲਗਾਇਆ? ਤੇਰੀ ਗੱਡੀ ਲੁਧਿਆਣਾ ਗਈ ਸੀ ਅੱਜ? ਮੈਂ ਕਿਹਾ ਹਾਂ ਗਈ ਸੀ ਪਰ ਮੈਂ ਨਹੀਂ ਗਈ ਸੀ, ਮੇਰਾ ਆਰਜੇ ਲੈ ਕੇ ਗਿਆ ਸੀ। ਮਤਲਬ ਇੱਕਦਮ ਮੇਰੇ ਦਿਮਾਗ 'ਚ ਆ ਗਿਆ ਕਿ ਮੈਂ ਇੱਦਾਂ ਝੂਠ ਬੋਲਤਾ। ਮੈਂ ਬਾਅਦ 'ਚ ਸੋਚਿਆ ਮੈਂ ਕਿੰਨੀ ਵਾਰੀ ਝੂਠ ਬੋਲਾਂਗੀ। ਫਿਰ ਨਾ ਮੈਂ ਹੌਲੀ ਹੌਲੀ ਦੱਸਣਾ ਸ਼ੁਰੂ ਕਰਤਾ ਕਿ ਅੱਜ ਮੈਂ ਕਰਤਾਰਪੁਰ ਗਈ, ਅੱਜ ਮੈਂ ਫਗਵਾੜਾ ਗਈ, ਅੱਜ ਮੈਂ ਗੁਰਾਇਆ ਗਈ। ਫਿਰ ਹੌਲੀ ਹੌਲੀ ਕਰਦੇ ਲੁਧਿਆਣਾ ਪਹੁੰਚ ਗਏ ਤੁਸੀਂ। ਸੋ ਪਹਿਲਾਂ ਮੈਂ ਦੱਸਦੀ ਨਹੀਂ ਸੀ ਬਿਲਕੁਲ ਵੀ ਨਾ। ਮਤਲਬ ਪਹਿਲਾਂ ਲੁਧਿਆਣਾ ਜਾਏ ਸੀ ਗੱਲਾਂ ਦੇ ਵਿੱਚ, ਬਾਅਦ ਲੁਧਿਆਣਾ ਜਦੋਂ ਪਰਚੀ ਮਿਲ ਗਈ ਨਾ ਉਹ ਟੋਲ ਟੈਕਸ ਵਾਲੀ, ਫਿਰ ਮੈਨੂੰ ਲੱਗਾ ਵੀ ਹੁਣ ਹੈ ਨਾ ਪਰਦਾ ਚੁੱਕ ਦੇਣਾ ਚਾਹੀਦਾ। ਜੇ ਪਰਚੀ ਨਾ ਮਿਲਦੀ ਤੇ ਫਿਰ ਦੱਸਣਾ ਸੀ। ਫਿਰ ਥੋੜਾ ਟਾਈਮ ਪਾ ਕੇ ਦੱਸ ਦੇਣਾ ਸੀਗਾ ਕਿਉਂਕਿ ਝੂਠ ਵੀ ਮੈਂ ਜ਼ਿਆਦਾ ਬੋਲ ਨਹੀਂ ਸਕਦੀ। ਬਿਲਕੁਲ। ਤੇ ਜਦੋਂ ਫਿਰ ਤੁਸੀਂ ਸੇਲਸ ਵਾਸਤੇ ਜਾਂਦੇ ਸੀਗੇ ਤੇ ਡਰਾਈਵ ਖੁਦ ਕਰਕੇ ਜਾਂਦੇ ਸੀ ਤੇ ਡਰ ਨਹੀਂ ਲੱਗਦਾ ਸੀਗਾ ਕਿ ਅਗਰ ਮੈਂ ਹੁਣ ਘਰੇ ਦੱਸਿਆ ਨਹੀਂਗਾ ਰਸਤੇ 'ਚ ਕੁਝ ਏਦਾਂ ਦਾ ਹੋ ਜਾਵੇ? ਨਹੀਂ ਬਿਲਕੁਲ ਨਹੀਂ ਲੱਗਦਾ ਸੀ। ਮੈਂ ਡਰਾਈਵ ਕਰ ਰਹੀ ਹੁੰਦੀ ਸੀ, ਮੇਰੇ ਸੇਲਸ ਹੈਡ ਮੇਰੇ ਨਾਲ ਹੁੰਦੇ ਸੀ। ਓਕੇ। ਮਤਲਬ ਅਸੀਂ 2 ਜਣੇ ਜਾਂਦੇ ਸੀ, ਉਹ ਮੇਰੇ ਨਾਲ ਹੁੰਦੇ ਸੀ ਹਮੇਸ਼ਾ। ਬਟ ਅਸੀਂ ਕੱਲਾ ਲੁਧਿਆਣਾ ਨਹੀਂ, ਫਿਰ ਤਾਂ ਮਲੇਰਕੋਟਲਾ, ਧੂਰੀ, ਪਟਿਆਲਾ, ਖੰਨਾ ਸਭ। ਅੱਛਾ। ਪੂਰੇ ਪੰਜਾਬ ਦੇ ਵਿੱਚ? ਪੂਰਾ ਪੰਜਾਬ। ਵਾਹ। ਤੇ ਫਿਰ ਉਸ ਤੋਂ ਬਾਅਦ ਹੁਣ ਆਫਿਸ ਦੀ ਇੱਕ ਵਾਰੀ ਗੱਲ ਕਰ ਲੈਂਦੇ ਹਾਂ ਦੁਬਾਰਾ ਤੋਂ, ਕਿ ਆਫਿਸ ਦੇ ਵਿੱਚ ਜਦੋਂ ਤੁਸੀਂ ਸੇਲਸ ਦਾ ਕੰਮ ਕਰਦੇ ਰਹੇ ਹੋ ਤੇ ਉਸ ਤੋਂ ਬਾਅਦ ਕਿੰਨਾ ਕੁ ਸਮਾਂ ਹੋਰ ਜਿਹੜਾ ਸੇਲਸ ਕੀਤੀ ਹੈ ਐਂਡ ਉਸ ਤੋਂ ਬਾਅਦ ਦਾ ਫਿਰ ਕਿੱਦਾਂ ਕਰੀਅਰ ਰਿਹਾ? ਹਾਂ ਮੈਂ 2011 ਤੱਕ ਐਜ਼ ਅ ਸਟੇਸ਼ਨ ਹੈਡ ਕੰਮ ਕੀਤਾ। ਔਰ 2011 ਚ ਮੈਨੂੰ ਇੱਕ ਸੱਟ ਲੱਗੀ ਸੀ ਕਿ ਮੇਰੀ ਲੱਤ 'ਚ ਨਾ ਮੈਂ ਸੀੜੀਆਂ ਨਹੀਂ ਚੜ ਸਕਦੀ ਸੀ ਤੇ ਮੈਨੂੰ ਜੌਬ ਕੁਇਟ ਕਰਨਾ ਪਿਆ। ਜੌਬ ਕੁਇਟ ਕੀਤਾ ਫਿਰ ਯੂਰਪ। ਅੱਛਾ, ਫਿਰ ਯੂਰਪ ਚਲੇ ਗਏ ਸੀਗੇ ਤੇ ਉੱਥੇ ਮੈਮ ਕਿੰਨਾ ਟਾਈਮ ਰਹੇ ਫਿਰ ਯੂਰਪ? ਫਿਰ ਉੱਥੇ ਮੈਂ ਆਪਣੇ ਬੇਟੇ ਦੇ ਨਾਲ ਗਈ ਸੀ। ਫਿਰ ਮੈਂ 1.5 ਮਹੀਨਾ ਫਿਰ ਦੁਬਾਰਾ ਲਗਾਇਆ ਤੇ ਫਿਰ ਵਾਪਸ ਆ ਗਏ? ਫਿਰ ਵਾਪਸ ਆ ਕੇ ਫਿਰ ਸੋਚਿਆ ਦੁਬਾਰਾ? ਫਿਰ ਵਾਪਸ ਆ ਕੇ ਫਿਰ એનર્ਜੀ ਅੰਦਰ, ਫਿਰ ਲੱਗਾ ਕਿ ਇਹ ਮੈਨੂੰ ਲੱਗਦਾ ਯੂਰਪ ਦੇ ਕੁਝ ਤਾਂ ਹੈ ਕੁਝ ਮੇਰੇ ਲਈ ਤਾਂ ਹੈ, ਕੁਝ ਤਾਂ ਹੈ ਨਾ। ਪਹਿਲਾ ਜਿਹੜਾ ਟਰਨਿੰਗ ਪੁਆਇੰਟ ਸੀਗਾ ਉਹ ਵੀ ਯੂਰਪ ਤੋਂ ਬਾਅਦ ਹੀ ਆਇਆ ਤੁਹਾਡਾ। ਨੈਕਸਟ ਜਿਹੜਾ ਸੈਕਿੰਡ ਵਾਲਾ ਸੀ ਉਹ ਵੀ ਯੂਰਪ। ਮੈਨੂੰ ਵੀ ਲੱਗਦਾ ਕਿ ਹਾਲੈਂਡ ਤੋਂ ਆ ਕੇ ਹਮੇਸ਼ਾ ਕੁਝ ਨਾ ਕੁਝ ਮੇਰੇ ਨਾਲ ਹੁੰਦਾ ਹੈ। ਤੀਸਰੀ ਵਾਰੀ ਕਦੋਂ ਜਾ ਰਹੇ ਹੋ ਹੁਣ? ਤੀਸਰੀ ਵਾਰੀ ਗਈ, ਉਹ ਵੀ ਗਈ। ਅੱਛਾ, ਉਹ ਵੀ ਓਕੇ। ਫਿਰ ਹੁਣ ਉੱਥੇ ਕਿਹੜਾ ਟਰਨਿੰਗ ਪੁਆਇੰਟ ਸੀ ਉਹ ਵੀ ਅਸੀਂ ਪਹਿਲਾਂ ਦੂਸਰੀ ਵਾਰ ਵਾਲਾ ਦੱਸੋ। ਹਾਂ, ਦੂਸਰੀ ਵਾਰ ਵਾਲਾ ਕਿ ਮੈਂ ਵਾਪਸ ਆਈ। ਫਿਰ ਲੱਗਾ ਕਿ ਘਰ ਬੈਠਣਾ ਬਹੁਤ ਮੁਸ਼ਕਿਲ ਹੈ, ਮੈਂ ਘਰ ਨਹੀਂ ਬੈਠ ਸਕਦੀ। ਬਟ ਸੇਲਸ ਵਿੱਚ ਜਾਣਾ ਮਤਲਬ ਤੁਹਾਨੂੰ ਬਹੁਤ ਜ਼ਿਆਦਾ ਘੁੰਮਣਾ ਪੈਣਾ, ਮਾਰਕੀਟ ਜਾਣਾ ਪੈਣਾ, ਉਹ ਵੀ ਥੋੜਾ ਦਿੱਕਤ ਸੀ। ਫਿਰ ਮੈਂ ਟਰਾਈ ਕੀਤਾ ਪ੍ਰੋਗਰਾਮਿੰਗ ਵੱਲ। ਫਿਰ ਇੱਕ ਰੇਡੀਓ 'ਚ ਪ੍ਰੋਗਰਾਮਿੰਗ ਲਈ ਮੈਨੂੰ ਮਿਲ ਗਈ। ਫਿਰ ਪ੍ਰੋਗਰਾਮਿੰਗ ਸ਼ੁਰੂ ਹੋ ਗਈ। ਫਿਰ 2 ਸਾਲ ਉਸ ਰੇਡੀਓ 'ਚ ਕੰਮ ਕੀਤਾ। ਫਿਰ ਉਸ ਤੋਂ ਬਾਅਦ ਮੈਂ ਫਿਰ
ਤਾਂ ਘੁੰਮਣ ਲਈ ਗਈ ਸੀ ਯੂਰਪ। ਫਿਰ ਵਾਪਸ ਆਈ ਛੁੱਟੀ ਲੈ ਕੇ ਗਈ ਸੀ। ਠੀਕ ਹੈ। ਫਿਰ ਮੈਂ ਵਾਪਸ ਆਪਣੇ ਪੁਰਾਣੇ ਵਾਲੇ ਰੇਡੀਓ 'ਚ, ਫਿਰ ਉਹਨਾਂ ਨੇ ਮੈਨੂੰ ਦੁਬਾਰਾ ਬੁਲਾ ਲਿਆ, ਫਿਰ ਉੱਥੇ ਕੰਮ ਕੀਤਾ, ਫਿਰ ਉਸ ਤੋਂ ਬਾਅਦ ਉੱਥੇ ਛੋੜਿਆ, ਫਿਰ ਮੈਂ ਕੈਨੇਡਾ ਚਲੀ ਗਈ। ਅੱਛਾ, ਮਤਲਬ ਮੈਨੂੰ ਬਾਹਰ ਦੀ ਧਰਤੀ ਜ਼ਿਆਦਾ ਸੂਟ ਕਰਦੀ। ਕੈਨੇਡਾ ਤੋਂ ਫਿਰ ਵਾਪਸ ਆ ਕੇ ਕੁਝ ਹੋਇਆ ਇਦਾਂ ਦਾ? ਹਾਂ ਹੋਇਆ, ਆ ਤੁਹਾਡੇ ਸਾਹਮਣੇ ਬੈਠੀ ਹਾਂ। ਉਸ ਤੋਂ ਬਾਅਦ ਇਹ ਕੈਨੇਡਾ ਦੇ ਆਉਣ ਤੋਂ ਬਾਅਦ ਹੀ ਡਾਇਰੈਕਟਰ, ਪ੍ਰੋਗਰਾਮਿੰਗ ਡਾਇਰੈਕਟਰ, ਜਿਹੜੇ ਤੁਹਾਡੇ ਪੈਰ ਉਧਰੋਂ ਘੁੰਮ ਕੇ ਇੱਧਰ ਆਉਂਦੇ ਨੇ ਨਾ, ਕੁਝ ਨਾ ਕੁਝ ਨਾਲ ਮੈਨੂੰ ਲੈ ਕੇ ਲੱਗਦਾ ਆਉਂਦੇ ਨੇ ਬਾਹਰ ਦੀ ਧਰਤੀ ਨਾ। ਜੀ ਅੱਛਾ, ਤੇ ਮੈਂ ਦੁਆ ਕਰੋ ਅਸੀਂ ਵੀ ਚੱਲ ਜੀਏ। ਦੇਖੋ ਤੁਸੀਂ ਜਾਈ ਤਾਂ ਰਹੇ। ਹਾਂ, ਬਸ ਕੈਮਰੇ ਰਾਹੀਂ ਜਾ ਰਹੇ ਬਿਲਕੁਲ। ਤੁਸੀਂ ਕੋਈ ਇਸ ਤਾਂ ਗੱਲ ਬੁਲਾ ਨੂੰ ਲਓ, ਕੋਈ ਤਾਂ ਬੁਲਾ ਲਓ। ਅੱਛਾ, ਸੋ ਮੈਮ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਜਦੋਂ ਤੁਸੀਂ ਸੇਲਸ ਦਾ ਸ਼ਿਫਟ ਕੀਤਾ, ਪ੍ਰੋਗਰਾਮਿੰਗ ਦੇ ਵਿੱਚ ਆ ਗਏ। ਹੁਣ ਪ੍ਰੋਗਰਾਮਿੰਗ ਇੱਕ ਬਿਲਕੁਲ ਡਿਫਰੈਂਟ ਫੀਲਡ ਹੈ। ਮਾਰਕੀਟਿੰਗ ਸੇਲਸ ਕਿਤੇ ਨਾ ਕਿਤੇ ਕਨੈਕਟ ਹੁੰਦੀ ਸੀ, ਕਿਉਂਕਿ ਮਾਰਕੀਟਿੰਗ ਦੇ ਵਿੱਚ ਪਹਿਲਾਂ ਤੁਸੀਂ ਸਪਾਂਸਰਸ ਲੱਭਣਗੇ, ਫਿਰ ਉਸ ਤੋਂ ਬਾਅਦ ਤੁਸੀਂ ਉਸ ਨੂੰ ਜਿਹੜਾ ਹੈ ਸੇਲਸ ਦੇ ਵਿੱਚ ਆ ਗਏ ਆ ਕਿ ਫਿਰ ਹੋਰ ਡੀਲਸ ਲੈ ਕੇ ਆਏ ਨਾ, ਕਿਤੇ ਨਾ ਕਿਤੇ ਕਨੈਕਟ ਸੀ ਇੱਕ ਦੂਜੇ ਦੇ ਨਾਲ ਚੀਜ਼। ਬਟ ਇੱਕ ਪ੍ਰੋਗਰਾਮਿੰਗ ਜਿਹੜੀ ਸੀ ਉਹ ਅਲੱਗ ਟੇਬਲ ਹੈ। ਬਿਲਕੁਲ। ਉਹ ਕਿੱਦਾਂ ਸ਼ੁਰੂਆਤ ਉਹਦੀ ਕਿੱਦਾਂ ਹੋਈ ਔਰ ਉੱਥੇ ਕਿਹੜੀਆਂ ਪ੍ਰੋਬਲਮਸ ਆਈਆਂ? ਹਾਂ, ਉਹ ਵੀ ਬਿਲਕੁਲ ਤੁਸੀਂ ਸਹੀ ਸਵਾਲ ਪੁੱਛਿਆ। ਜਦੋਂ ਮੇਰਾ ਇੰਟਰਵਿਊ ਹੋਇਆ ਸੀ ਨਾ, ਉਦੋਂ ਵੀ ਮੈਨੂੰ ਇਹੀ ਪੁੱਛਿਆ ਗਿਆ ਸੀ ਕਿ ਤੁਸੀਂ ਤਾਂ ਸੇਲਸ ਤੇ ਹੈ, ਤੁਸੀਂ ਪ੍ਰੋਗਰਾਮਿੰਗ ਕਿੱਦਾਂ ਕਰਾਂਗੇ। ਮੈਂ ਉਹਨਾਂ ਨੂੰ ਕਿਹਾ ਸੀ ਕਿ ਸੇਲਸ 'ਚ ਆਉਣ ਤੋਂ ਪਹਿਲਾਂ ਮੈਂ ਘਰ ਰੋਟੀਆਂ ਬਣਾਉਂਦੀ ਸੀ, ਉਸ ਤੋਂ ਬਾਅਦ ਮੈਂ ਸੇਲਸ ਵਿੱਚ ਆਈ। ਅਗਰ ਮੈਂ ਸੇਲਸ ਕਰ ਸਕਦੀ ਹਾਂ ਤਾਂ ਮੈਂ ਪ੍ਰੋਗਰਾਮਿੰਗ ਕਿਉਂ ਨਹੀਂ ਕਰੂੰਗੀ? ਬਿਲਕੁਲ। ਜੇ ਘਰ ਦੀ ਪ੍ਰੋਗਰਾਮਿੰਗ ਹੋ ਸਕਦੀ ਹੈ ਤੇ ਆਫਿਸ ਦੇ ਵਿੱਚ ਕਿਉਂ ਨਹੀਂ ਹੋ ਸਕਦੀ? ਨਾਲੇ ਆਉਣ ਤੋਂ ਪਹਿਲਾਂ ਮੇਰੇ ਕੋਈ ਐਕਸਪੀਰੀਅੰਸ ਨਹੀਂ ਸੀ ਨਾ ਸੇਲਸ ਦਾ। ਫਿਰ ਉਹਨਾਂ ਨੇ ਇਸ ਗੱਲ ਤੇ ਕਿਹਾ ਕਿ ਟਰੂ ਕਿ ਤੁਸੀਂ ਕਰ ਸਕਦੇ ਆ। ਤੇ ਫਿਰ ਮੈਮ ਉੱਥੇ ਪ੍ਰੋਗਰਾਮਿੰਗ ਦੀ ਜਿੱਦਾਂ ਮੈਂ ਗੱਲ ਕਰ ਰਹੀ ਹਾਂ ਕਿ ਉਹਦੇ ਵਿੱਚ ਕਿਸ ਤਰੀਕੇ ਦਾ ਕੰਮ ਹੁੰਦਾ ਹੈ, ਕਿਉਂਕਿ ਟੀਵੀ ਇੱਕ ਅਲੱਗ ਚੀਜ਼ ਹੈ, ਰੇਡੀਓ ਇੱਕ ਅਲੱਗ ਚੀਜ਼ ਹੈ, ਤੇ ਉਹਦੇ ਵਿੱਚ ਕਿਵੇਂ ਜਿਹੜੀਆਂ ਸੈਟਲਮੈਂਟਸ ਕਿਵੇਂ ਦੀਆਂ ਹੁੰਦੀਆਂ ਨੇ? ਉਹਦੇ 'ਚ ਹੈ ਕਿ ਤੁਹਾਨੂੰ ਪੂਰਾ ਆਪਣਾ ਲੌਗ ਸੈੱਟ ਰੱਖਣਾ ਹੁੰਦਾ ਹੈ। ਤੁਹਾਨੂੰ ਦੇਖਣਾ ਹੁੰਦਾ ਵੀ ਰੇਡੀਓ ਦੇ ਵਿੱਚ ਕੀ ਚੱਲਣਾ ਹੈ, ਕਿਸ ਟਾਈਮ ਦੇ ਉੱਪਰ ਕਿਹੜੇ ਇੰਟਰਵਿਊਜ਼ ਕੰਡਕਟ ਕਰਨੇ ਹੈ, ਤੁਹਾਡਾ ਕੰਟੈਂਟ ਕੀ ਹੋਣਾ ਚਾਹੀਦਾ, ਨਿਊਜ਼ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ, ਯੂਟਿਲਿਟੀਜ਼, ਉਹ ਸਾਡਾ ਸਾਰਾ ਇੱਕ ਕਲੌਕ ਸੈੱਟ ਹੁੰਦਾ ਹੈ। ਤੇ ਉਹ ਆਰਜੇਸ ਨੇ ਆਪਣਾ ਮੈਨੂੰ ਪਹਿਲਾਂ ਇੱਕ ਪ੍ਰੈਪ ਸ਼ੀਟ ਭੇਜਣੀ ਹੁੰਦੀ ਹੈ, ਰੈਡੀ ਕਰਨੀ ਹੁੰਦੀ ਹੈ, ਉਸ ਤੋਂ ਬਾਅਦ ਉਹ ਸ਼ੋਅ ਕਰਦੇ ਐਂਡ ਮੈਂ ਚੈੱਕ ਕਰਨਾ ਹੁੰਦਾ। ਮੈਮ ਫਸਟ ਟਾਈਮ ਜਦੋਂ ਪ੍ਰੋਗਰਾਮਿੰਗ ਕੀਤੀ, ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਵਧੀਆ, ਮੈਨੂੰ ਤਾਂ ਹਰ ਚੀਜ਼ ਵਧੀਆ ਲੱਗਦੀ ਹੈ। ਸਿੱਖਣ ਵਾਲੀ ਨਵੀਂ ਚੀਜ਼ ਹੋਏ ਨਾ, ਸਭ ਕੁਝ ਵਧੀਆ। ਜੀ, ਤੇ ਕਿਵੇਂ ਦੇ ਸ਼ੋਜ਼ ਫਿਰ ਪਲਾਨ ਕੀਤੇ ਤੁਸੀਂ ਉੱਥੇ, ਤੇ ਤੁਹਾਨੂੰ ਲੱਗਿਆ ਕਿ ਆਹ ਸ਼ੋਅ ਇਦਾਂ ਨਹੀਂ ਹੋਣਾ ਚਾਹੀਦਾ, ਇਸ ਨੂੰ ਇਸ ਤਰੀਕੇ ਨਾਲ ਕੀਤਾ ਜਾ ਸਕਦਾ, ਤੇ ਕੋਈ ਪਲਾਨਿੰਗ ਕੀਤੀ ਹੋਵੇ ਇੱਕ ਨਵੇਂ ਸ਼ੋਅ ਦੀ ਸਟਾਰਟਿੰਗ 'ਚ? ਜਿੱਦਾਂ ਮੈਨੂੰ ਲੱਗਾ ਕਿ ਅਸੀਂ ਪੰਜਾਬ 'ਚ ਅਗਰ ਰੇਡੀਓ ਚਲਾ ਰਹੇ ਹਾਂ ਤੇ ਜੇ ਉਹਦੇ 'ਚ ਹਿਊਮਰ ਫਨ ਨਹੀਂ ਹੋਊਗਾ ਨਾ ਤਾਂ ਮਜ਼ਾ ਨਹੀਂ ਹੈ ਉਸ ਚੀਜ਼ ਦਾ। ਫਿਰ ਮੈਂ ਇੱਕ ਅਗਰ ਰੇਡੀਓ ਦੇ ਉੱਪਰ ਹੈਪੀ ਪਿੰਕੀ ਸੁਣੇ ਹੋਣਗੇ, ਸੋ ਉਹ ਜਿਹੜਾ ਸੀਗਾ ਮੇਰਾ ਹੀ ਕਨਸੈਪਟ ਸੀ। ਜੀ ਮੈਮ, ਇਹਦੇ ਬਾਰੇ ਅਸੀਂ ਗੱਲ ਕਰਨੀ ਸੀ ਪਰ ਤੁਸੀਂ ਪਹਿਲਾਂ ਦੱਸਤਾ। ਪਰ ਇਹ ਗੱਲ ਤਾਂ ਇਦਾਂ ਕਰਨੀ ਸੀ, ਪਰ ਤੁਹਾਡੇ ਕੋਲ ਡਾਇਲੌਗ ਵੀ ਬੁਲਵਾਉਣਾ ਸੀ। ਜੀ, ਉਹ ਅਸੀਂ ਜ਼ਰੂਰ ਕਰਾਂਗੇ, ਪਰ ਇੱਕ ਗਾਣਾ ਤੇ ਇੱਕ ਡਾਇਲੌਗ। ਠੀਕ ਹੈ, ਦੋਨੋਂ ਚੀਜ਼ਾਂ ਨੋਟਡ। ਸੋ ਆਪਾਂ ਗੱਲ ਕਰ ਰਹੇ ਸੀਗੇ ਕਿ ਜਦੋਂ ਤੁਹਾਡਾ ਫਰਸਟ ਐਕਸਪੀਰੀਅੰਸ ਸੀਗਾ ਕਿ ਤੁਸੀਂ ਪ੍ਰੋਗਰਾਮਸ ਚੇਂਜ ਕਰਵਾਏ, ਮੈਮ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਅਸੀਂ ਰੇਡੀਓ ਸੁਣਦੇ ਹਾਂ ਉਹਦੇ ਵਿੱਚ ਥੋੜਾ ਫਨ ਹੋਣਾ ਚਾਹੀਦਾ ਆ, ਥੋੜੀ ਕਾਮੇਡੀ ਹੋਣੀ ਚਾਹੀਦੀ ਆ, ਤੇ ਪਰ ਜੇ ਆਪਾਂ ਥੋੜਾ ਜਿਹਾ ਇਸ ਤੋਂ ਹਟ ਕੇ ਫੋਰਨ ਦੇ ਰੇਡੀਓਜ਼ ਦੀ ਗੱਲ ਕਰੀਏ ਤੇ ਉਹਦੇ ਵਿੱਚ ਜ਼ਿਆਦਾਤਰ ਐਂਕਰਸ ਜਿਹੜੇ ਨੇ ਉਹ ਗੱਲਾਂ ਤੇ ਖਾਸ ਧਿਆਨ ਦਿੰਦੇ ਨੇ, ਹਨਾ? ਸੋ ਇਹਨਾਂ ਦੋਨਾਂ ਦੇ ਵਿੱਚ ਤੁਹਾਨੂੰ ਕੀ ਹੋਰ ਡਿਫਰੈਂਸ ਲੱਗਦਾ ਹੈ? ਅਸੀਂ ਇਹਦੇ ਬਾਰੇ ਗੱਲ ਕਰਾਂਗੇ, ਪਰ ਇੱਥੇ ਰੁਕਾਂਗੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੁੰਦੇ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ, ਤੇ ਸਾਡੇ ਅੱਜ ਦੇ ਮਹਿਮਾਨ ਨੇ ਸੀਮਾ ਸੋਨੀ ਜੀ। ਪੂਰਾ ਮਾਹੌਲ ਬਣਿਆ ਪਿਆ, ਮੈਂ ਕਹਿੰਦਾ ਅੱਜ ਮੈਮ ਮਜ਼ਾ ਆ ਗਿਆ। ਬਿਲਕੁਲ, ਸੱਚੀ ਗੱਲ ਹੈ। ਮੈਨੂੰ ਵੀ। ਸੋ ਮੈਮ, ਆਪਾਂ ਗੱਲ ਕਰ ਰਹੇ ਸੀਗੇ ਕਿ ਰੇਡੀਓ ਦੇ ਵਿੱਚ ਪ੍ਰੋਗਰਾਮਿੰਗ ਦੀ, ਹੈ ਨਾ, ਤੇ ਪ੍ਰੋਗਰਾਮਿੰਗ ਜਿੱਦਾਂ ਮੈਂ ਗੱਲ ਕੀਤੀ ਕਿ ਸਾਡਾ ਪੰਜਾਬ ਦਾ ਰੇਡੀਓ ਐਂਡ ਫੋਰਨ ਦੇ ਰੇਡੀਓ ਦੋਨਾਂ 'ਚ ਬਹੁਤ ਡਿਫਰੈਂਸ ਆ ਨਾ, ਤੇ ਕੀ ਲੱਗਦਾ ਹੈ ਤੁਹਾਨੂੰ ਕਿ ਕਿਸ ਤਰੀਕੇ ਦਾ ਡਿਫਰੈਂਸ ਆ, ਔਰ ਉਹ ਸਹੀ ਹੈ ਪੰਜਾਬ ਦੇ ਅਕੋਰਡਿੰਗ ਤੇ ਫੋਰਨ ਦੇ ਅਕੋਰਡਿੰਗ ਜੋ ਚੀਜ਼ਾਂ ਚੱਲ ਰਹੀਆਂ ਨੇ? ਨਹੀਂ, ਇਹਦੇ 'ਚ ਮੇਰਾ ਥੋੜਾ ਜਿਹਾ, ਮੈਨੂੰ ਨਹੀਂ ਪਤਾ, ਸ਼ਾਇਦ ਤੁਹਾਡੇ ਨਾਲੋਂ ਥੋੜਾ ਡਿਫਰੈਂਟ ਹੋਊਗਾ ਮੇਰਾ ਵਿਊ ਇਹਨੂੰ, ਕਿਉਂਕਿ ਜਿਹੜਾ ਸਾਡਾ ਰੇਡੀਓ ਹੈ ਨਾ, ਜੋ ਇੰਡੀਆ 'ਚ, ਜੋ ਪੰਜਾਬ 'ਚ ਚੱਲਦਾ ਹੈ, ਮੈਨੂੰ ਲੱਗਦਾ ਕਿ ਉਹ ਬਾਹਰਲੇ ਰੇਡੀਓ ਨਾਲੋਂ ਐਡਵਾਂਸ ਹੈ ਥੋੜਾ। ਉੱਥੇ ਜ਼ਰੂਰ ਗੱਲਾਂ ਬਾਤਾਂ ਜ਼ਿਆਦਾ ਹੁੰਦੀਆਂ, ਪਰ ਸਾਡਾ ਜਿਹੜਾ ਰੇਡੀਓ ਹੈ ਨਾ, ਅਸੀਂ ਉਹਨੂੰ ਪਲਾਨ ਕਰਦੇ ਹਾਂ ਟਾਈਮ ਦੇ ਹਿਸਾਬ ਸਿਰ, ਮੂਡ ਦੇ ਹਿਸਾਬ ਸਿਰ। ਮਾਰਨਿੰਗ ਹੈ ਤੇ ਇਹਦਾ ਕੰਟੈਂਟ ਇਦਾਂ ਦਾ ਹੋਣਾ ਚਾਹੀਦਾ ਹੈ, ਔਰ ਅਸੀਂ ਸਾਡਾ ਪ੍ਰਾਈਵੇਟ FM ਦੇ ਵਿੱਚ ਜ਼ਿਆਦਾ ਗੱਲਾਂ ਬਾਤਾਂ ਨਹੀਂ ਹੁੰਦੀਆਂ, ਬਹੁਤ ਘੱਟ ਟਾਈਮ ਹੁੰਦਾ, ਲਿਮਿਟਿਡ ਟਾਈਮ ਹੁੰਦਾ ਬੋਲਣ ਦਾ, ਬਟ ਉਹ ਹੁੰਦਾ ਕਿ ਜਿੰਨਾ ਕੁ ਚਾਹੀਦਾ ਹੈ ਵਧੀਆ
ਉਸ ਤਰ੍ਹਾਂ ਦਾ ਟਾਈਮ। ਇਹ ਟਾਈਮ ਸ਼ਾਮ ਦਾ ਹੈ, ਇਹਦੇ 'ਚ ਹਿਊਮਰ ਚਾਹੀਦਾ ਹੈ, ਫਨ ਚਾਹੀਦਾ ਹੈ ਨਾ, ਇਸ ਤਰੀਕੇ ਨਾਲ ਡਿਜ਼ਾਈਨ ਹੁੰਦੇ। ਗਾਣੇ ਵੀ ਇਦਾਂ ਹੀ ਡਿਜ਼ਾਈਨ ਹੁੰਦੇ ਆ ਵੀ ਅਸੀਂ ਇਦਾਂ ਹੀ ਗਾਣੇ ਕੋਈ ਵੀ ਨਹੀਂ ਚਲਾ ਸਕਦੇ। ਸਾਡਾ ਇੱਕ ਮੂਡ ਹੁੰਦਾ ਵੀ ਇਹ ਟਾਈਮ ਹੈ ਇਦਾਂ ਦੇ ਗਾਣੇ ਸੁਣਨ ਤੇ ਮਨ ਕਰਦਾ ਹੈ, ਸ਼ਾਮ ਦਾ ਟਾਈਮ ਹੈ ਇਦਾਂ ਦੇ ਗਾਣੇ ਚਾਹੀਦੇ ਹੈ, એનર્ਜੀ ਵਾਲੇ ਚਾਹੀਦੇ ਹੈ। ਸੋ ਬਹੁਤ ਫਰਕ ਹੈ ਕਿਉਂਕਿ ਮੈਂ ਬਾਹਰ ਦੇ ਰੇਡੀਓ 'ਚ ਵੀ ਕੰਮ ਕੀਤਾ ਹੈ। ਅੱਛਾ, ਹਾਂ, ਸੋ ਮੈਨੂੰ ਲੱਗਦਾ ਹੈ ਕਿ ਉਸ ਦੇ ਵਿੱਚ ਐਜ਼ ਅ ਆਰਜੇ ਕੀਤਾ ਜਾਂ ਫਿਰ ਪ੍ਰੋਗਰਾਮਿੰਗ ਤੇ? ਮੈਂ ਸ਼ੋਅ ਵੀ ਕੀਤਾ ਜੀ, ਇੱਕ ਅਮਰੀਕਾ ਦੇ ਇੱਕ ਰੇਡੀਓ ਲਈ ਕੀਤਾ ਜਿਹਦੇ 'ਚ ਮੈਂ ਲਾਈਵ ਸ਼ੋਅ ਕਰਦੀ ਸੀ। ਅੱਛਾ ਜੀ। ਉਹਨਾਂ ਦੇ ਰਿਕੁਐਸਟ ਆਰਟ ਜਿੱਦਾਂ ਹੁੰਦਾ ਹੈ ਉਹਦੇ 'ਚ ਉਹਨਾਂ ਦੇ ਪਸੰਦ ਦੇ ਗਾਣੇ ਚਲਾਣੇ ਔਰ ਉਹ ਜੀ। ਸੋ ਕਾਫੀ ਫਰਕ ਹੈ, ਇਸ ਕਰਕੇ ਦੋਨੋਂ ਰੇਡੀਓਜ਼ ਦਾ ਮੈਨੂੰ ਥੋੜਾ ਜਿਹਾ ਐਕਸਪੀਰੀਅੰਸ ਹੈਗਾ। ਮੈਮ ਰੇਡੀਓ ਦਾ ਥੋੜਾ ਨਹੀਂ ਬਹੁਤ ਐਕਸਪੀਰੀਅੰਸ ਹੈ ਤੁਹਾਨੂੰ। ਨਹੀਂ, ਦੋ ਰੇਡੀਓਜ਼ ਲਈ। ਪਰ ਇਸ ਤੋਂ ਇਲਾਵਾ ਕਦੀ ਮੌਕਾ ਮਿਲਿਆ ਟੀਵੀ ਤੇ ਕੰਮ ਕਰਨ ਦਾ? ਹਾਂ, ਮੈਨੂੰ 2-3 ਵਾਰੀ ਮੌਕਾ ਮਿਲਿਆ ਬਟ ਰੇਡੀਓ ਮੇਰੀ ਪਹਿਲੀ ਪਸੰਦ ਰਿਹਾ ਜੀ। ਤੇ ਕਿਹੜੇ ਚੈਨਲ ਤੇ ਤੁਹਾਨੂੰ ਮੌਕਾ ਮਿਲਿਆ ਮੈਮ? ਇਹਦੇ ਲਈ ਟੀਵੀ ਲਈ ਮੈਂ ਦੂਰਦਰਸ਼ਨ ਤੇ ਮੈਂ ਇੱਕ ਸ਼ੋਅ ਕੀਤਾ ਸੀ, ਇੱਕ ਹੀ ਕੀਤਾ। ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਮੈਂ ਕੰਫਰਟੇਬਲ ਇਹਦੇ 'ਚ। ਹੋਸਟ ਕੀਤਾ ਸੀ? ਹਾਂਜੀ। ਮੈਮ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਵਧੀਆ ਸੀਗਾ, ਐਕਸਪੀਰੀਅੰਸ ਅੱਛਾ ਮਤਲਬ ਸੀ। ਇੱਕਦਮ ਕੀਤਾ ਸੀਗਾ ਜਾਂ ਪਲਾਨ ਕੀਤਾ ਸੀ ਕੁਝ? ਨਹੀਂ, ਪਲਾਨ ਨਹੀਂ ਕੀਤਾ ਸੀ। ਐਕਚੁਅਲੀ ਮੇਰੇ ਕੋਈ ਫਰੈਂਡ ਆਏ ਹੋਏ ਸੀ ਬਾਹਰੋਂ, ਉਹਨਾਂ ਦਾ ਇੱਕ ਇੰਟਰਵਿਊ ਸੀਗਾ ਤੇ ਅਸੀਂ ਜਦੋਂ ਦੂਰਦਰਸ਼ਨ ਪਹੁੰਚੇ ਤੇ ਜਿਹੜੀ ਹੋਸਟ ਸੀ ਉਹ ਕਿਤੇ ਸਟਕ ਹੋ ਗਈ, ਉਹ ਆ ਨਹੀਂ ਪਾਈ ਤੇ ਡਾਇਰੈਕਟਰ ਦਾ ਧਿਆਨ ਪਤਾ ਨਹੀਂ ਮੇਰੇ ਵੱਲ ਚਲਾ ਗਿਆ। ਉਹ ਕਹਿੰਦੇ ਵੀ ਤੁਸੀਂ ਹੋਸਟ ਕਰ ਦਿਓ। ਸੋ ਬਾਈ ਚਾਂਸ ਸੀਗਾ ਬਟ ਹੋ ਗਿਆ। ਅੱਛਾ, ਤੇ ਉਹਦੇ ਵਿੱਚ ਤੁਹਾਨੂੰ ਲੱਗਿਆ ਨਹੀਂ ਕਿ ਮੇਰੇ ਕੋਲ ਨਹੀਂ ਹੋਏਗਾ ਜਾਂ ਡਾਇਰੈਕਟਰ? ਮੈਨੂੰ ਲੱਗਾ ਬਟ ਉਹ ਡਾਇਰੈਕਟਰ ਨੂੰ ਮੇਰੇ ਤੋਂ ਜ਼ਿਆਦਾ ਕੌਨਫੀਡੈਂਸ ਸੀਗਾ। ਅੱਛਾ, ਤੇ ਫਿਰ ਉਹ ਤੁਸੀਂ ਲਾਈਵ ਪ੍ਰੋਗਰਾਮ? ਲਾਈਵ ਬਿਲਕੁਲ। ਮੈਂ ਡਰ ਰਹੀ ਸੀ, ਮੈਂ ਕਿਹਾ ਕੁਝ ਗੜਬੜ ਹੋ ਗਈ। ਲਾਈਵ ਬਿਲਕੁਲ। ਅੱਛਾ, ਸੋ ਮੇਰੇ ਲਈ ਬੜਾ ਨਵਾਂ ਜਿਹਾ ਐਕਸਪੀਰੀਅੰਸ ਸੀਗਾ ਬਟ ਮੈਂ ਕੀਤਾ। ਫਿਰ ਤੁਸੀਂ ਮੈਮ ਤੁਹਾਨੂੰ ਉੱਥੇ ਦਿਮਾਗ 'ਚ ਨਹੀਂ ਆਇਆ ਤੁਹਾਡੇ ਕਿ ਮੈਂ ਇਹ ਵੀ ਕਰ ਸਕਦੀ ਹਾਂ, ਮੈਂ ਇੱਧਰ ਨੂੰ ਥੋੜਾ ਜਿਹਾ ਟਰਨ ਕਰਾਂ? ਫਿਰ ਨਹੀਂ ਆਇਆ, ਨਹੀਂ ਦਿਮਾਗ 'ਚ ਸੱਚੀ ਨਹੀਂ ਆਇਆ। ਹੁਣ ਤੁਸੀਂ ਇੱਕ ਵਾਰੀ ਫਿਰ ਯੂਰਪ ਜਾ ਕੇ ਆਓ, ਫਿਰ ਆ ਜਾਏ। ਮੈਨੂੰ ਲੱਗ ਰਿਹਾ ਮਾਹੌਲ ਜਿਹੜਾ ਬਹੁਤ ਵਧੀਆ ਬਣਿਆ ਪਿਆ, ਪਰ ਮਾਹੌਲ ਨੂੰ ਹੋਰ ਥੋੜਾ ਜਿਹਾ ਉਹਦੇ ਵਿੱਚ ਹਾਸਾ ਪਾਉਣ ਲਈ ਤੁਸੀਂ ਰੇਡੀਓ ਤੇ ਸੁਣਿਆ ਹੋਣਾ ਹੈਪੀ ਤੇ ਪਿੰਕੀ ਦਾ ਨਵਾਂ ਸਿਆਪਾ। ਉਹ ਜਿਹੜੀ ਪਿੰਕੀ ਵਾਲੀ ਆਵਾਜ਼ ਹੈ ਉਹ ਮੈਮ ਦੀ ਹੈ। ਮੈਮ ਉਹ ਥੋੜਾ ਜਿਹਾ ਡਾਇਲੌਗ ਜਿਹਾ ਹੋ ਜਾਵੇ, ਕਿੱਦਾਂ ਬੋਲਦੇ ਹੁੰਦੇ ਹੋ? ਉਹ 'ਚ ਤਾਂ ਡਾਇਲੌਗ ਹੈ ਨਹੀਂ, ਗਾਲਾਂ ਹੀ ਹੈ ਸਿਰਫ। ਉਹ ਥੋੜਾ ਜਿਹਾ ਹੋ ਜਾਵੇ। ਜਿੱਦਾਂ ਉਹਦੇ 'ਚ ਇੱਕ ਜੋਕ ਸੀਗਾ ਵੀ ਹੈਪੀ ਪਿੰਕੀ ਨੂੰ ਕਹਿੰਦਾ ਵੀ ਪਿੰਕੀ ਮੈਨੂੰ ਤੇਰੇ ਨਾਲ ਬਹੁਤ ਪਿਆਰ ਹੈ, ਬਹੁਤ ਪਿਆਰ ਹੈ। ਪਿੰਕੀ ਕਹਿੰਦੀ ਅੱਛਾ, ਤੈਨੂੰ ਮੇਰੇ ਨਾਲ ਇੰਨਾ ਪਿਆਰ ਹੈ? ਕਹਿੰਦਾ ਮੈਨੂੰ ਤੇਰੇ ਨਾਲ ਕੀ, ਤੇਰੀ ਹਰ ਇੱਕ ਚੀਜ਼ ਨਾਲ ਬਹੁਤ ਪਿਆਰ ਹੈ। ਉਹ ਕਹਿੰਦੀ ਜਿੱਦਾਂ? ਕਹਿੰਦਾ ਜਿੱਦਾਂ ਤੇਰੀ ਸਹੇਲੀ, ਤੇਰੀ ਚਾਚੇ ਦੀ ਭੈਣ, ਚਾਚੇ ਦੀ ਕੁੜੀ, ਤੇਰੀ ਭੈਣ, ਫਲਾਣਾ ਫਲਾਣਾ, ਏਦਾਂ ਕਰਕੇ। ਓਏ ਮੱਜੜਿਆ, ਕਸਮਾਂ ਨੂੰ ਖਾਣਿਆ। ਸੋ ਇਹ ਜਿਹੜਾ ਡਾਇਲੌਗ ਹੈ ਨਾ, ਮਤਲਬ ਇਹ ਹੁਣ ਪੈਟ ਡਾਇਲੌਗ ਦੀ ਜਿੱਦਾਂ ਬਣ ਗਿਆ ਹੁੰਦਾ। ਹਾਂ, ਖਸਮਾਂ ਨੂੰ ਖਾਣਿਆ ਤੇ ਮਰ ਜਾਣਿਆ, ਇਹ ਤਾਂ ਪੱਕਾ ਹੀ ਹੈ ਨਾ। ਇਹ ਮੈਮ ਕਿਸੇ ਨੇ ਸਿਖਾਇਆ? ਨਹੀਂ, ਮੈਨੂੰ ਕਿਸੇ ਨੇ ਪੁੱਛਿਆ ਹੋਣੀ ਨਾ, ਕਹਿੰਦੇ ਕਿ ਇਹ ਜੋ ਤੂੰ ਕਰਦੀ ਹੈ ਹੈਪੀ ਪਿੰਕੀ ਦਾ, ਇਹ ਤੂੰ ਘਰ ਜਾ ਕੇ ਤਾਂ ਨਹੀਂ ਅਜਮਾਉਂਦੀ? ਮੈਂ ਕਿਹਾ ਨਹੀਂ, ਅਜਮਾਇਆ ਹੋਇਆ, ਇੱਥੇ ਮੈਂ ਪ੍ਰੈਜ਼ੈਂਟ ਕਰਦੀ ਹਾਂ। ਅੱਛਾ, ਮਤਲਬ ਘਰੇ ਜਿਹੜਾ ਆ ਸਕ੍ਰਿਪਟ ਕਰੋ ਜਾਂਦੀ ਹੈ। ਜੋਕ ਪਾਰਟ। ਹੈਪੀ ਤੇ ਪਿੰਕੀ ਦੀ ਆਪਾਂ ਗੱਲ ਕਰੀਏ, ਇਹ ਜਿਹੜਾ ਪ੍ਰੋਗਰਾਮ ਤੁਸੀਂ ਸਟਾਰਟ ਕੀਤਾ, 1 ਜਾਂ 2 ਮਿੰਟ ਦੀ ਸਕਿੱਟ ਆਉਂਦੀ ਹੈ ਇਹ ਸਪਾਰਕਲਰ ਹੁੰਦਾ ਰੇਡੀਓ 'ਚ, ਇਹ ਹਰ ਘੰਟੇ ਇੱਕ ਵਾਰੀ ਚੱਲਣਾ ਜੀ। ਇਹਨੂੰ ਤਿਆਰ ਕੌਣ ਕਰਦੇ ਨੇ? ਸਕ੍ਰਿਪਟ ਕਿੱਦਾਂ ਤਿਆਰ ਕਰਦੇ ਹੋ? ਇਹਦੀ ਸਕ੍ਰਿਪਟ ਮੈਂ ਦੱਸ ਰਹੀ ਹਾਂ, ਮੈਂ ਹੀ ਤਿਆਰ ਕਰਦੀ ਹਾਂ। ਤਿਆਰੀ ਕਰਦੇ ਹੋ ਸਾਰੀ ਜੀ, ਵੈਰੀ ਨਾਈਸ। ਔਰ ਫਿਰ ਉਸ ਤੋਂ ਬਾਅਦ ਪੈਕੇਜ ਹੁੰਦਾ ਹੈ, ਉਸ ਤੋਂ ਬਾਅਦ ਪੂਰਾ ਦਿਨ ਚੱਲਦਾ ਹੈ। ਬਹੁਤ ਵਧੀਆ ਗੱਲ ਹੈ। ਤੇ ਕਦੇ ਫਿਰ ਇਹ ਨਹੀਂ ਸੋਚਿਆ ਕਿ ਮੈਂ ਹੁਣ ਕੋਈ ਸ਼ੋਅ ਵੀ ਪਲਾਨ ਕਰ ਸਕਦੀ ਹਾਂ ਰੇਡੀਓ ਵਾਸਤੇ? ਰੇਡੀਓ ਲਈ ਤਾਂ ਕੁਛ ਨਾ ਕੁਛ ਐਕਸਪੈਰੀਮੈਂਟਸ ਚੱਲਦੇ ਹੀ ਰਹਿੰਦੇ ਆ, ਜਦੋਂ ਪਾਸ ਹੋ ਜਾਏ ਉਦੋਂ ਡਾਲ ਦੇਈਦੇ ਆ। ਐਜ਼ ਆਰਜੇ ਤਾਂ ਮੈਂ ਨਹੀਂ, ਕਿਉਂਕਿ ਮੇਰੇ ਕੋਲ ਜਲੰਧਰ ਐਂਡ ਪਟਿਆਲਾ 2 ਸਟੇਸ਼ਨ ਹੈ ਔਰ ਆਰਜੇ ਲਈ ਤੁਹਾਨੂੰ 4 ਘੰਟੇ ਇੱਕ ਸ਼ੋਅ ਕਰਨ ਲਈ ਸਟੂਡੀਓ 'ਚ ਬੈਠਣਾ ਪਏਗਾ। ਮੇਰੇ ਕੋਲ ਹੋਰ ਬਹੁਤ ਜ਼ਿਆਦਾ ਟੀਮਸ ਨੂੰ ਦੇਖਣਾ, ਸੰਭਾਲਣਾ, ਇੰਟਰਵਿਊਜ਼ ਪਲਾਨ ਕਰਨੀਆਂ, ਮੀਟਿੰਗਸ ਕਰਨੀਆਂ। ਜੇ ਕਿਤੇ ਦੂਰਦਰਸ਼ਨ ਵਾਂਗੂ ਹੋ ਜਾਵੇ ਕਿ ਅੱਜ ਬੈਠੋ ਜੇ ਹਾਂ ਫਿਰ ਬੈਠ ਜਾਈਦਾ। ਫਿਰ ਤਾਂ ਹੋ ਹੀ ਜਾਏਗਾ ਫਿਰ ਤਾਂ ਹੋਈ, ਫਿਰ ਤਾਂ ਕਰ ਹੀ ਲੈਣਾ। ਫਿਰ ਤਾਂ ਰੇਡੀਓ ਤਾਂ ਤੁਹਾਨੂੰ ਪਤਾ ਨਾ, ਰੇਡੀਓ ਤਾਂ ਫਿਰ ਆਪਦੀ ਦੁਨੀਆ ਹੈ। ਬਿਲਕੁਲ। ਸੋ ਹਮ ਗੱਲ ਕਰਦੇ ਹਾਂ ਇੱਥੇ ਕਿ ਇੱਕ ਰੇਡੀਓ ਜਿਹੜਾ ਆ, ਜੇ ਅਸੀਂ ਪੁਰਾਣੇ ਸਮੇਂ ਦੀ ਗੱਲ ਕਰਦੇ ਹਾਂ, ਉਦੋਂ ਸਿਰਫ ਇੱਕ ਹੀ ਰੇਡੀਓ ਚੈਨਲ ਹੁੰਦਾ ਸੀਗਾ ਤੇ ਉਹਦੇ ਵਿੱਚ ਨਿਊਜ਼ ਆਉਂਦੀਆਂ ਸੀਗੀਆਂ। ਨਿਊਜ਼ ਤੋਂ ਬਾਅਦ ਕੋਈ ਨਾ ਕੋਈ ਇਦਾਂ ਦੇ ਪ੍ਰੋਗਰਾਮ ਡਿਜ਼ਾਈਨ ਕੀਤੇ ਹੁੰਦੇ ਸੀ ਜਿਹੜੇ ਆਉਂਦੇ ਸੀ ਤੇ ਸਾਰਾ ਪਿੰਡ ਹੈ ਨਾ ਬੈਠ ਕੇ ਉਸੇ ਰੇਡੀਓ ਨੂੰ ਸੁਣਦਾ ਹੁੰਦਾ ਸੀਗਾ। ਤੇ ਕਦੇ ਤੁਹਾਨੂੰ ਵੀ ਮੌਕਾ ਮਿਲਿਆ ਇਦਾਂ ਕਿ ਘਰ ਦੇ ਵਿੱਚ ਇੱਕੋ ਹੀ ਰੇਡੀਓ ਚੱਲ ਰਿਹਾ ਹੈ ਤੇ ਤੁਸੀਂ ਸਾਰਾ ਪਰਿਵਾਰ ਮਿਲ ਕੇ ਸੁਣ ਰਹੇ ਹੋ? ਸ਼ਾਇਦ ਬਚਪਨ 'ਚ ਹੋਏਗਾ, ਮੈਨੂੰ ਮਤਲਬ ਧੁੰਦਲੀ ਯਾਦ ਹੈ ਕਿ ਜਦੋਂ ਸਾਡੇ ਘਰ 'ਚ ਇੱਕ ਰੇਡੀਓ ਆਇਆ ਸੀ, ਬੜਾ ਜਿਹਾ ਰੇਡੀਓ ਹੁੰਦਾ ਸੀਗਾ, ਬਟ ਉਦੋਂ ਅਸੀਂ ਇੰਨੇ ਛੋਟੇ ਸੀ, ਇਦਾਂ ਵਾਲਾ ਮਾਹੌਲ ਨਹੀਂ ਸੀ ਕਿ ਅਸੀਂ ਉਹਨੂੰ ਬਹੁਤ ਸੀਰੀਅਸਲੀ ਬੈਠ ਕੇ ਸੁਣਨਾ ਹੈ, ਕੁਝ ਨਿਊਜ਼ ਹੈ ਇਦਾਂ ਨਹੀਂ, ਬਸ ਹਾਂ ਗਾਣੇ ਸੁਣ ਰਹੇ ਹਾਂ ਹੈ ਨਾ। ਅਮੀਨ ਸਿਆਨੀ ਉਸ ਟਾਈਮ ਉਹਨਾਂ ਦਾ ਸ਼ੋਅ ਚੱਲਦਾ ਹੁੰਦਾ ਸੀ, ਮੈਨੂੰ ਯਾਦ ਹੈ।
ਤੇ ਮੈਮ ਕੀ ਲੱਗਦਾ ਹੈ ਤੁਹਾਨੂੰ ਕਿ ਉਸ ਸਮੇਂ ਦੇ ਰੇਡੀਓ ਤੇ ਹੁਣ ਦੇ ਰੇਡੀਓ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਫਰਕ ਆ ਗਿਆ ਆ, ਉਹ ਫਰਕ ਕਿੰਨਾ ਕੁ ਜਾਇਜ਼ ਹੈ? ਕਿਉਂਕਿ ਜੇਕਰ ਉਸ ਸਮੇਂ ਦੀ ਅਸੀਂ ਗੱਲ ਕਰਦੇ ਹਾਂ, ਉਦੋਂ ਇੱਕ ਸਾਨੂੰ ਸਿੱਖਿਆ ਮਿਲਦੀ ਸੀਗੀ, ਸਿੱਖਣ ਨੂੰ ਬਹੁਤ ਕੁਝ ਮਿਲਦਾ ਸੀਗਾ, ਉਹ ਚਾਹੇ ਟੀਵੀ ਸੀ ਚਾਹੇ ਰੇਡੀਓ ਸੀ। ਇੱਕ ਨਿਊਜ਼ ਜਿਹੜੀਆਂ ਹੁੰਦੀਆਂ ਸੀ, ਨਿਊਜ਼ ਦਾ ਵੀ ਇੱਕ ਢੰਗ ਹੁੰਦਾ ਸੀਗਾ ਕਿ ਇਸ ਤਰੀਕੇ ਦੇ ਨਾਲ ਇਸ ਸਲੋਟ ਦੇ ਵਿੱਚ ਇਹ ਐਂਕਰ ਇਸ ਤਰੀਕੇ ਦੇ ਨਾਲ ਬੋਲੇਗਾ, ਹਨਾ। ਤੇ ਦੂਰਦਰਸ਼ਨ ਤੇ ਵੀ ਸੇਮ ਹੀ ਸੀਗਾ ਇਹ ਚੀਜ਼, ਤੇ ਉਹ ਇੱਕ ਪਹਿਚਾਣ ਬਣ ਜਾਂਦੀ ਸੀਗੀ ਉਸ ਸਮੇਂ ਇੱਕ ਐਂਕਰ ਦੀ। ਤੇ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਦੇ ਜਿਹੜੇ ਦੌਰ ਦੇ ਵਿੱਚ ਉਹ ਬਹੁਤ ਚੀਜ਼ਾਂ ਬਦਲ ਗਈਆਂ ਨੇ? ਜੇਕਰ ਅਸੀਂ ਨਿਊਜ਼ ਦੀ ਗੱਲ ਕਰਦੇ ਹਾਂ ਤਾਂ ਨਿਊਜ਼ ਉਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਨਹੀਂ ਕੀਤੀਆਂ ਜਾ ਰਹੀਆਂ, ਕੋਈ ਵੀ ਟੀਵੀ ਚੈਨਲ ਹੋ ਗਿਆ ਜਾਂ ਰੇਡੀਓ ਚੈਨਲ ਹੋ ਗਿਆ। ਤੇ ਫਿਰ ਦੂਸਰੀ ਗੱਲ, ਜਿਹੜਾ ਐਂਕਰ ਹੈ ਜਾਂ ਪ੍ਰੋਗਰਾਮ ਤੁਸੀਂ ਕਰਦੇ ਹੋ, ਹਨਾ, ਉਹ ਵੀ ਪ੍ਰੋਗਰਾਮ ਇੱਕ ਬੜੇ ਅਲੱਗ ਢੰਗ ਨਾਲ ਕੀਤਾ ਜਾਂਦਾ ਸੀ, ਤੇ ਹੁਣ ਇੱਕ ਤਰੀਕਾ ਹੈ ਕਿ ਫਾਸਟ ਬੋਲਣਾ ਆ, ਵੇਰੀਏਸ਼ਨਸ ਅਪ ਡਾਊਨਸ ਦੇਣੀਆਂ ਨੇ, ਤੁਸੀਂ ਹਾਸੇ ਵਾਲੇ ਮੂਡ 'ਚ ਬੋਲਣਾ। ਸੋ ਇਹ ਜਿਹੜਾ ਫਰਕ ਆਇਆ ਇਹ ਕਿੰਨਾ ਕੁ ਜਾਇਜ਼ ਹੈ? ਬਿਲਕੁਲ ਜਾਇਜ਼ ਹੈ, ਕਿਉਂਕਿ ਚੇਂਜ ਵਕਤ ਦੀ ਜ਼ਰੂਰਤ ਹੈ। ਅਸੀਂ ਆਪਣੇ ਆਪ ਨੂੰ ਹੀ ਦੇਖੀਏ, ਸਾਡੇ ਟਾਈਮ ਦੇ ਵਿੱਚ ਅਗਰ ਮੈਂ ਗੱਲ ਕਰਾਂ, ਬਹੁਤ ਸਾਲ ਪਹਿਲਾਂ ਇਦਾਂ ਦੀ ਆਜ਼ਾਦੀ ਨਹੀਂ ਹੋਊਗੀ ਲੜਕੀਆਂ ਨੂੰ, ਉਹਨਾਂ ਦੀ ਇੱਛਾ ਨਹੀਂ ਪੁੱਛੀ ਜਾਂਦੀ ਹੋਏਗੀ ਵੀ ਤੁਸੀਂ ਕੀ ਕਰਨਾ ਚਾਹੁੰਦੇ ਕੀ ਨਹੀਂ, ਜੋ ਤੁਹਾਡੇ ਉੱਤੇ ਥੋਪ ਦਿੱਤਾ ਗਿਆ ਹੋ ਗਿਆ, ਹਨਾ। ਚੇਂਜ ਤਾਂ ਹੋਣਾ ਹੀ ਹੈ ਹਰ ਚੀਜ਼ ਨੇ, ਔਰ ਇਹ ਤਾਂ ਵਧੀਆ ਚੇਂਜਸ ਹੈ ਸਾਰੇ। ਪਹਿਲਾਂ ਹੁੰਦਾ ਸੀ ਕਿ ਆਰਜੇ ਹੈ ਥੋੜਾ ਬਨਾਵਟੀ ਬੋਲੇਗਾ, ਥੋੜਾ ਬਣਾ ਕੇ ਬੋਲੇਗਾ, ਹਨਾ। ਹੁਣ ਨੈਚੁਰਲ ਗੱਲ ਕਰ ਰਹੇ ਹੋ, ਔਰ ਤੁਹਾਨੂੰ ਇਦਾਂ ਲੱਗਦਾ ਵੀ ਤੁਸੀਂ ਆਪਣੇ ਕਿਸੇ ਦੋਸਤ ਨਾਲ ਗੱਲ ਕਰ ਰਹੇ ਹੋ, ਜੀ, ਹਨਾ। ਔਰ ਜਿਹੜਾ ਡਿਜ਼ਾਈਨ ਕੀਤਾ ਹੁੰਦਾ ਹੈ, ਕਿਉਂਕਿ ਰੇਡੀਓ ਇਨਫੋਟੇਨਮੈਂਟ ਹੈ, ਇਨਫੋਰਮੇਸ਼ਨ ਵੀ ਦੇ ਰਹੇ ਆ, ਐਂਟਰਟੇਨਮੈਂਟ ਵੀ ਹੈ, ਸੋ ਉਹਦੇ ਚ ਦੋਨੋਂ ਚੀਜ਼ਾਂ ਹੈਗੀਆਂ। ਉਹ ਚ ਮਤਲਬ ਹਰ ਐਸਪੈਕਟ ਨੂੰ ਉਹਨਾਂ ਨੇ ਪੂਰਾ ਆਪਣੇ ਸਾਹਮਣੇ ਰੱਖ ਕੇ ਉਸ ਤਰੀਕੇ ਨਾਲ ਉਹਨੂੰ ਡਿਜ਼ਾਈਨ ਕੀਤਾ। ਸੋ ਮੈਨੂੰ ਲੱਗਦਾ ਕਿ ਚੇਂਜ ਵੀ ਹੋਣਾ ਹੀ ਚਾਹੀਦਾ, ਜ਼ਰੂਰੀ ਹੈ। ਕਦੀ ਇਸ ਤਰ੍ਹਾਂ ਹੋਇਆ ਤੁਹਾਡੇ ਜਿਹੜੇ ਲਿਸਨਰ ਆ ਉਹਨਾਂ ਨੇ ਤੁਹਾਨੂੰ ਫੋਨ ਕੀਤਾ ਹੋਵੇ ਕਿ ਹਾਂ ਜਿਹੜਾ ਤੁਹਾਡੇ ਰੇਡੀਓ ਦੇ ਵਿੱਚ ਕੋਈ ਇਦਾਂ ਦਾ ਪ੍ਰੋਗਰਾਮ ਵੀ ਚਾਹੀਦਾ, ਕਦੀ ਲੋਕਾਂ ਨੇ ਵੀ ਸਲਾਹ ਦਿੱਤੀ ਇਸ ਕੰਮ ਦੀ? ਨਹੀਂ, ਇਸ ਤਰ੍ਹਾਂ ਨਹੀਂ ਹੋਇਆ ਕਦੀ। ਹਾਂ, ਪਰ ਐਪਰੀਸ਼ੀਏਟ ਕਰਦੇ ਆ ਜਦੋਂ ਉਹ ਫੋਨ ਕਰਦੇ ਆ, ਦੱਸਦੇ ਆ ਕਿ ਇਸ ਤਰੀਕੇ ਨਾਲ ਇਹ ਵਧੀਆ ਲੱਗਾ ਸਾਨੂੰ। ਹਾਂ, ਉਹ ਦੱਸ ਸਕਦੇ ਆ। ਜੇ ਉਹਨਾਂ ਨੂੰ ਕੁਝ ਨਹੀਂ ਚੰਗਾ ਲੱਗਦਾ, ਫਿਰ ਅਸੀਂ ਸੋਚਦੇ ਆ ਵੀ ਹਾਂ ਇਹਨੂੰ ਕੁਝ ਹੋਰ ਕਰ ਦਈਏ, ਵੀ ਅਗਰ ਇਹ ਨਹੀਂ ਅੱਛਾ ਹੈ। ਬਟ ਇਦਾਂ ਘੱਟ ਹੀ ਹੁੰਦਾ, ਹੋਇਆ ਨਹੀਂ ਜ਼ਿਆਦਾਤਰ। ਤੇ ਹੁਣ ਪਰਿਵਾਰ ਦਾ ਕੀ ਰਿਸਪੌਂਸ ਆਉਂਦਾ? ਹੁਣ ਪਰਿਵਾਰ ਨੂੰ ਵਧੀਆ ਲੱਗਦਾ, ਹੁਣ ਪਰਿਵਾਰ ਨੂੰ ਵਧੀਆ ਲੱਗਦਾ, ਹੁਣ ਕੋਈ ਦਿੱਕਤ ਨਹੀਂ ਲੱਗਦੀ। ਪਹਿਲਾਂ ਸੀ ਜਦੋਂ ਮੈਂ ਸਟਾਰਟ ਕੀਤਾ, ਹੁਣ ਨਹੀਂ ਹੈ। ਤੇ ਹੁਣ ਜਦੋਂ ਤੁਸੀਂ ਪ੍ਰੋਗਰਾਮਿੰਗ ਡਾਇਰੈਕਟਰ ਹੋ, ਹੈਡ ਹੋ, ਤੇ ਪੂਰੀ ਟੀਮ ਮਤਲਬ ਜਿਹੜੀ ਆ ਤੁਹਾਡੇ ਸਿਰ ਤੇ ਹੀ ਹੈ, ਕਿਉਂਕਿ ਤੁਸੀਂ ਉਹਨਾਂ ਨੂੰ ਦੇਖਣਾ ਹੈ, ਤੁਸੀਂ ਹੈਂਡਲ ਕਰਨਾ ਆ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਛੋਟੀਆਂ-ਛੋਟੀਆਂ ਗੱਲਾਂ ਵੀ ਕਈ ਵਾਰੀ ਹੈਂਡਲ ਕਰਨੀਆਂ ਹੁੰਦੀਆਂ, ਕਈ ਵਾਰੀ ਵੱਡੀਆਂ ਗੱਲਾਂ ਦਾ ਪ੍ਰੈਸ਼ਰ ਆ ਜਾਂਦਾ। ਤੇ ਟੀਮ ਨੂੰ ਕਿੰਨਾ ਕੁ ਪ੍ਰੈਸ਼ਰ ਦਿੰਦੇ ਹੋ ਫਿਰ? ਮੈਂ ਨਾ ਕਦੀ ਖੁਦ ਪ੍ਰੈਸ਼ਰ ਲਿੱਤਾ, ਨਾ ਹੀ ਟੀਮ ਨੂੰ ਕਦੀ ਪ੍ਰੈਸ਼ਰ ਦਿੱਤਾ। ਤੁਹਾਨੂੰ ਦੇਖ ਕੇ ਲੱਗਦਾ? ਨਹੀਂ ਲੱਗਦਾ ਨਹੀਂ, ਬਟ ਫਿਰ ਵੀ ਜਾਣਨਾ ਜ਼ਰੂਰੀ ਹੈ ਮੇਰੇ ਲਈ। ਉਹੀ ਹੈ ਨਾ, ਜਿੱਦਾਂ ਮੈਂ ਕਿਹਾ ਸੀ ਨਾ, ਹਾਂ ਨਾ ਵਾਲੀ ਗੱਲ। ਮੈਂ ਆਪਣੀ ਜੌਬ ਨੂੰ ਲੈ ਕੇ ਵੀ ਹਮੇਸ਼ਾ ਇਹੀ ਸੋਚਦੀ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਕੀ, ਜ਼ਿਆਦਾ ਤੋਂ ਜ਼ਿਆਦਾ ਤੁਸੀਂ ਸੋਚੋ ਕੀ ਹੋਊਗਾ। ਮੇਰੇ ਤੇ ਪ੍ਰੈਸ਼ਰ ਆਇਆ, ਮੈਂ ਉਹਨੂੰ ਕਰ ਲਿਆ। ਮੇਰੇ ਕੋ ਮੈਂ ਨਹੀਂ ਕਰ ਪਾਈ, ਬਾਈ ਚਾਂਸ, ਟੱਚਵੁੱਡ, ਹਾਲੇ ਤੱਕ ਇਦਾਂ ਨਹੀਂ ਹੋਇਆ ਕਿ ਮੈਂ ਨਹੀਂ ਕਰ ਪਾਈ। ਜੇ ਨਹੀਂ ਕਰ ਪਾਈ, ਕੀ ਹੋਏਗਾ? ਜ਼ਿਆਦਾ ਤੋਂ ਜ਼ਿਆਦਾ ਕਰ ਹੀ ਜਾਊਂਗੀ। ਕੋਈ ਇਹ ਤਾਂ ਕਹੇਗਾ ਨਹੀਂ ਕਿ ਇਹਨੂੰ ਬਸ ਜੀ ਸੁਪਾਰੀ ਦੇ ਦਿਓ, ਇਹਨੂੰ ਖਤਮ ਕਰ ਦਿਓ। ਨਹੀਂ ਹੋ ਸਕਦਾ ਨਾ। ਜ਼ਿਆਦਾ ਤੋਂ ਜ਼ਿਆਦਾ ਕੋਈ ਇਹੀ ਕਹੇਗਾ ਨਾ ਕਿ ਮੈਮ ਕੱਲ ਤੋਂ ਨਹੀਂ ਆਣਾ, ਠੀਕ ਹੈ, ਐਕਸੈਪਟਡ। ਮੈਮ ਜਦੋਂ ਪਰਿਵਾਰ ਦੇ ਵਿੱਚ ਹੈਪੀ ਤੇ ਪਿੰਕੀ ਸੁਣਦੇ ਤਾਂ ਹੋਵੋਗੇ, ਉੱਥੇ ਕੀ ਰਿਸਪੌਂਸ ਆਦਾ ਪਰਿਵਾਰ ਦਾ? ਕੀ ਕਹਿੰਦੇ ਹੁੰਦੇ ਹੋ ਸੁਣ ਕੇ? ਉਹ ਹੱਸਦੇ ਹੀ ਹੈ ਬਸ, ਜ਼ਿਆਦਾ ਨਹੀਂ ਅੰਦਰੋਂ ਹੁੰਦਾ। ਉਹਨਾਂ ਨੂੰ ਵੀ ਲੱਗਦਾ ਵੀ ਗਾਲਾਂ ਦੇਖੋ, ਇਹ ਚ 2-4 ਗਾਲਾਂ ਹੋਰ ਵੀ ਪਾ ਲਓ। ਚਲੋ ਇਹ ਵੀ ਹੁਣ ਘਰ ਦੇ ਵਿੱਚੋਂ ਹੀ ਪਤਾ ਲੱਗ ਜਾਣਗੇ, ਨਿਕਲ ਜਾਣਗੇ ਕੋਈ ਨਾ ਕੋਈ। ਬਿਲਕੁਲ। ਸੋ ਮੈਮ ਹੁਣ ਜਾਣ ਦਾ ਵੇਲਾ ਹੋ ਚੁੱਕਿਆ ਹੈ, ਕਿਉਂਕਿ ਪ੍ਰੋਗਰਾਮ ਖਤਮ ਕਰਨ ਦਾ ਵੀ ਸਮਾਂ ਆ ਚੁੱਕਿਆ ਹੈ। ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਅੱਜ। ਤੇ ਜਾਂਦੇ ਜਾਂਦੇ ਕੋਈ ਮੈਸੇਜ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋਗੇ? ਜੀ, ਮੇਰਾ ਤਾਂ ਹਮੇਸ਼ਾ ਤੋਂ ਇੱਕ ਹੀ ਮੈਸੇਜ ਰਹਿੰਦਾ ਕਿ ਆਪਣੀ ਬੱਚੀਆਂ ਨੂੰ ਬਹੁਤ ਪਿਆਰ ਦਿਓ, ਉਹਨਾਂ ਨੂੰ ਆਜ਼ਾਦੀ ਦਿਓ, ਉਹਨਾਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ 'ਚ ਹੈਲਪ ਕਰੋ। ਐਂਡ ਉਹਨਾਂ ਨੂੰ ਇਹ ਜ਼ਰੂਰ ਦੱਸੋ ਕਿ ਜਿਹੜੇ ਸਮਾਜ 'ਚ ਅਸੀਂ ਰਹਿ ਰਹੇ ਹਾਂ, ਉਹਦੇ 'ਚ ਲੋਕਾਂ ਦੀ ਪਛਾਣ ਕਿੱਦਾਂ ਕਰਨੀ ਹੈ। ਕਿਉਂਕਿ ਮੈਂ ਹਮੇਸ਼ਾ ਇਹ ਸੋਚਦੀ ਹਾਂ ਕਿ ਇੰਨੇ ਕੇਸਿਸ ਜੋ ਹੋਏ ਆ ਸਾਡੇ ਦੇਸ਼ ਦੇ ਵਿੱਚ, ਜੋ ਕੇਸਿਸ ਹੋਏ ਆ, ਇਹ ਲੋਕ ਕੋਈ ਏਲੀਅਨਸ ਨਹੀਂ ਹੈ, ਇਹ ਸਾਡੀ ਸੋਸਾਇਟੀ 'ਚੋਂ ਹੀ ਆਏ ਹੋਏ ਲੋਕ ਹੈ। ਸੋ ਆਪਣੀ ਬੱਚੀਆਂ ਨੂੰ ਸੇਫ ਸਿਕਿਉਰ ਮਾਹੌਲ ਦਿਓ, ਔਰ ਕੁੜੀ ਮੁੰਡੇ ਦਾ ਜਿਹੜਾ ਭੇਦਭਾਵ ਹੈ ਨਾ, ਉਹ ਖਤਮ ਕਰ ਦਿਓ। ਬੱਚੇ ਦੋਨੋਂ ਹੀ ਵਧੀਆ, ਕੁੜੀ ਹੋਵੇ ਮੁੰਡਾ ਹੋਵੇ, ਹੈ ਨਾ। ਜੋ ਭਗਵਾਨ ਨੇ ਤੁਹਾਡੀ ਝੋਲੀ ਪਾਏ ਹੈ, ਉਹਨਾਂ ਨੂੰ ਪਿਆਰ ਦਿਓ, ਔਰ ਉਹਨਾਂ ਨੂੰ ਵਧੀਆ ਰਸਤੇ, ਵਧੀਆ ਉਹਨਾਂ ਨੂੰ ਮੋਟੀਵੇਟ ਕਰੋ ਉਹਨਾਂ ਦੇ ਰਸਤਿਆਂ 'ਤੇ ਚੱਲਣ ਵਾਸਤੇ। ਬਹੁਤ ਬਹੁਤ ਸ਼ੁਕਰੀਆ, ਔਰ ਬਹੁਤ ਸੋਹਣਾ ਮੈਸੇਜ ਜਿਹੜਾ ਤੁਸੀਂ ਦਿੱਤਾ ਹੈ, ਕਿਉਂਕਿ ਇਸ ਚੀਜ਼ ਤੇ ਅਮਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਮੈਮ, ਧੰਨਵਾਦ ਕਿ ਤੁਸੀਂ ਅੱਜ ਇੱਥੇ ਆਏ ਹੋ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ।
ਸੋ ਇਸ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਅਗਲੇ ਐਪੀਸੋਡ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ। ਉਦੋਂ ਤੱਕ ਦੇ ਲਈ ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਰਹਿਣਾ ਹੈ ਤੇ ਨਾਲ ਹੀ ਨਾਲ YouTube ਚੈਨਲ ਤੇ Facebook ਪੇਜ ਵੀ ਲਾਈਕ ਕਰਨਾ ਹੈ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਮਿਲਾਂਗੇ। ਮੈਂ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮਾਨ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।